चर्चा। सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हाँ। भारत ने चंद्रयान 3 ਨੂੰ ਜਦੋਂ ਚੰਦਰਮਾ ਦੇ ਸਾਊਥ ਪੋਲ ਦੇ ਉਤਾਰਿਆ ਤਾਂ ਹਰ ਪਾਸੇ ਇਸ ਦੀ ਚਰਚਾ ਹੋਈ। ਬਹੁਤ ਸਾਰੇ ਪੱਛਮੀ ਵਿਗਿਆਨੀ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਸੀ ਕਿ ਭਾਰਤ ਦੇ ਜਿਹੜੇ ਵਿਗਿਆਨੀ ਨੇ ਅਜਿਹਾ ਕੁਝ ਕਰਨ ਦੇ ਸਮਰੱਥ ਨੇ। ਤੇ ਇਹ ਜੋ ਕੁਝ ਵੀ ਹੋਇਆ ਸਿਰਫ ਦੁਨੀਆ ਦੇ 4 ਮੁਲਕ ਹੀ ਅਜਿਹਾ ਕਰ ਸਕੇ ਨੇ। ਉਹਨਾਂ ਵਿੱਚੋਂ 3 ਮੁਲਕ ਪੂਰਬ ਨਾਲ ਸੰਬੰਧਿਤ ਨੇ। ਕੱਲੀ ਗੱਲ ਵਿਗਿਆਨ ਦੀ ਨਹੀਂ ਹੈ, ਜੇਕਰ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਤਾਂ ਪੂਰਬ ਦੇ ਵਿੱਚ ਇਸ ਸਮੇਂ ਬਹੁਤ ਸਾਰੀਆਂ ਸ਼ਕਤੀਆਂ ਆਰਥਿਕ ਤੌਰ ਤੇ ਉੱਭਰ ਰਹੀਆਂ ਨੇ। ਤੇ ਜੋਹਨਸਬਰਗ ਦੇ ਵਿੱਚ ਬ੍ਰਿਕਸ ਨਾਂ ਦੀ ਜਿਹੜੀ ਜਥੇਬੰਦੀ ਹੈ ਉਸ ਦੇ ਮੁਲਕਾਂ ਦੀ ਜਿਹੜੀ ਹੈ ਮੀਟਿੰਗ ਹੋਈ, ਜਿਹਦੇ ਵਿੱਚ ਖਾਸ ਤੌਰ ਤੇ ਭਾਰਤ ਤੇ ਚੀਨ ਦਾ ਜ਼ਿਕਰ ਕਰਨਾ ਬਣਦਾ ਹੈ। ਬ੍ਰਾਜ਼ੀਲ ਵੀ ਉੱਥੇ ਸ਼ਾਮਲ ਹੈ, ਦੱਖਣ ਅਫਰੀਕਾ ਵੀ ਹੈ। ਤੇ ਇਹਨਾਂ ਮੁਲਕਾਂ ਦੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਖਾਸ ਤੌਰ ਤੇ ਪੱਛਮੀ ਮੁਲਕਾਂ ਦਾ ਜਿਹੜਾ ਦਬਦਬਾ ਆਰਥਿਕ ਤੌਰ ਤੇ ਉਸ ਦਾ ਟਾਕਰਾ ਕਰਨ ਵਾਸਤੇ ਤਿਆਰੀਆਂ ਹੋ ਰਹੀਆਂ ਨੇ। ਸਿਰਫ ਇੱਥੋਂ ਤੱਕ ਸੀਮਤ ਨਹੀਂ ਹੈ, ਇਸ ਦੇ ਵਿੱਚ ਬਹੁਤ ਸਾਰੇ ਵੱਡੇ ਮੁਲਕ ਹੋਰ ਵੀ ਸ਼ਾਮਲ ਹੋਏ ਨੇ ਜਿਹੜੀਆਂ ਵੱਡੀਆਂ ਆਰਥਿਕਤਾਵਾਂ ਹੈਗੀਆਂ ਨੇ। ਇਸ ਦੇ ਨਾਲ ਨਾਲ ਸਮਾਨਾਂਤਰ ਤੁਸੀਂ ਦੇਖੋ ਤਾਂ ਪੂਰਬ ਦੇ ਵਿੱਚ ਜਿਹੜਾ ਫੌਜੀ ਤਿਆਰੀਆਂ ਨੇ ਉਹ ਵੀ ਪੱਛਮ ਨਾਲੋਂ ਕਿਤੇ ਜ਼ਿਆਦਾ ਨਜ਼ਰ ਆ ਰਹੀਆਂ ਨੇ। ਤੇ ਉਹਦੇ ਵਿੱਚ ਜਿਵੇਂ ਰੂਸ ਹੈ, ਰੂਸ ਇਕੱਲੇ ਨੇ ਹੀ ਨਾਟੋ ਵਰਗੀਆਂ ਸ਼ਕਤੀਆਂ ਨੂੰ ਜਿਹੜਾ ਹੈਗਾ ਚੁਣੌਤੀ ਦਿੱਤੀ ਹੋਈ ਹੈ। ਤੇ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਹੋਇਆ, ਹਮਲੇ ਤੋਂ ਬਾਅਦ ਇਹ ਨਾਟੋ ਦੇ ਮੁਲਕ ਹਾਲ ਤੱਕ ਜੁਰਤ ਨਹੀਂ ਕਰ ਸਕੇ ਕਿ ਰੂਸ ਦਾ ਕੁਝ ਵਿਗਾੜ ਸਕਣ। ਇਹ ਸਾਰਾ ਕੁਝ ਤੋਂ ਇਹੀ ਪਤਾ ਲੱਗਦਾ ਹੈ ਕਿ ਪੂਰਬ ਦੀ ਹੁਣ ਚੜ੍ਹਤ ਹੋ ਰਹੀ ਹੈ। ਪੂਰਬ ਦੀ ਇਸ ਚੜ੍ਹਤ ਨੂੰ ਪੱਛਮੀ ਮੁਲਕ ਮੰਨਣ ਵਾਸਤੇ ਤਿਆਰ ਨਹੀਂ। ਦੂਜੇ ਪਾਸੇ ਖੁਦ ਪੂਰਬੀ ਮੁਲਕ ਵੀ ਅਜਿਹਾ ਮੰਨਣ ਵਾਸਤੇ ਤਿਆਰ ਨਹੀਂ ਕਿ ਪੂਰਬ ਇੰਨਾ ਮਜ਼ਬੂਤ ਹੋ ਗਿਆ, ਇੰਨਾ ਸਮਰੱਥ ਹੋ ਗਿਆ ਜਿਹੜਾ ਪੱਛਮ ਨੂੰ ਚੁਣੌਤੀ ਦੇ ਸਕੇ। ਅਜਿਹੇ ਮਾਮਲਿਆਂ ਦੇ ਉੱਤੇ ਅਸੀਂ ਅਕਸਰ ਹੀ ਡਾਕਟਰ ਸਵਰਾਜ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਹਾਂ। ਤੁਹਾਨੂੰ ਕਈ ਵਾਰ ਪਹਿਲਾਂ ਵੀ ਦੱਸਿਆ ਹੈ ਕਿ ਡਾਕਟਰ ਸਵਰਾਜ ਸਿੰਘ ਨੇ ਇਸ ਮਸਲੇ ਦੇ ਉੱਤੇ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਉਹ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਨੇ। ਤੇ ਉਹ ਇਹ ਸਾਰੇ ਘਟਨਾਕ੍ਰਮ ਨੂੰ ਬਹੁਤ ਹੀ ਬਰੀਕੀ ਨਾਲ ਸਮਝਾਉਣਗੇ। ਪਹਿਲਾਂ ਆਪਾਂ ਡਾਕਟਰ ਸਵਰਾਜ ਸਿੰਘ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਵਰਾਜ ਸਿੰਘ ਜੀ, ਸਤਿ ਸ੍ਰੀ ਅਕਾਲ। ਡਾਕਟਰ ਸਵਰਾਜ ਸਿੰਘ ਜੀ, ਜਿਵੇਂ ਵਿਗਿਆਨ, ਪਹਿਲਾਂ ਆਪਾਂ ਵਿਗਿਆਨ ਦੇ ਖੇਤਰ ਦੀ ਗੱਲ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਭਾਰਤ ਦਾ ਚੰਦਰਯਾਨ 3 ਸਾਊਥ ਪੋਲ ਦੇ ਉੱਤੇ ਉਤਰਿਆ ਚੰਦਰਮਾ ਦੇ, ਤਾਂ ਉਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਜਿਹੜੀ ਪ੍ਰਤੀਕਿਰਿਆ ਪੱਛਮ ਦੇ ਵਿੱਚ ਹੋਈ ਹੈ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਦੇਖੋ, ਜ਼ਾਹਰ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਸਮੁੱਚੇ ਤੌਰ ਤੇ ਹਰ ਖੇਤਰ ਦੇ ਵਿੱਚ ਜਿਹੜਾ ਹੈ ਪੂਰਬ ਦੀ ਚੜ੍ਹਤ ਹੋ ਰਹੀ ਹੈ, ਰਾਈਜ਼ ਆਫ ਦੀ ਈਸਟ ਹੋ ਰਹੀ ਹੈ। ਲੇਕਿਨ ਹਾਲੇ ਵੀ ਜਿਹੜੇ ਪੱਛਮੀ ਦੇਸ਼ ਹੈ ਉਹ ਇਸ ਸੱਚਾਈ ਨੂੰ ਪੂਰੀ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਹੈਗੇ। ਤੋ ਲੇਕਿਨ ਗੱਲ ਤਾਂ ਇਹ ਨਾ ਕਿ ਮੰਨਣ ਨਾ ਮੰਨਣ ਨਾਲ ਫਰਕ ਨਹੀਂ ਪੈਂਦਾ। ਸੱਚ ਨੇ ਤਾਂ ਸੱਚ ਰਹਿਣਾ ਹੈ, ਸੱਚ ਨੇ ਜਿਹੜਾ ਆਪਣਾ ਦਾਅਵਾ ਜਿਹੜਾ ਉਸਨੇ ਕਰਨਾ ਹੈ। ਤੋ ਇਸ ਕਰਕੇ ਇਹ ਸੱਚ ਹੈ ਕਿ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਅਸੀਂ ਹਰ ਖੇਤਰ 'ਚ ਦੇਖਦੇ ਹਾਂ, ਵਿਗਿਆਨ 'ਚ ਦੇਖਦੇ ਹਾਂ, ਟੈਕਨੋਲੋਜੀ 'ਚ ਦੇਖਦੇ ਹਾਂ, ਆਰਥਿਕਤਾ ਦੇ ਖੇਤਰ 'ਚ ਦੇਖਦੇ ਹਾਂ, ਫੌਜੀ ਤੌਰ ਤੇ ਦੇਖਦੇ ਹਾਂ, ਤੋ ਹਰ ਖੇਤਰ ਦੇ ਵਿੱਚ ਹੀ ਸਾਨੂੰ ਜਿਹੜਾ ਪੂਰਬ ਦੀ ਜਿਹੜੀ ਚੜ੍ਹਤ ਨਜ਼ਰ ਆ ਰਹੀ ਹੈ। ਤੋ ਇਸ ਕਰਕੇ ਇੱਕ ਜੇ ਆਪਾਂ ਕਹਿ ਲਈਏ ਕਿ ਪਿਛਲੇ 25 ਸਾਲ ਤੋਂ ਲਗਾਤਾਰ ਇਹ ਰੁਝਾਨ ਜਿਹੜਾ ਸੰਸਾਰ ਤੇ ਭਾਰੂ ਰਿਹਾ ਹੈ ਕਿ ਪੂਰਬ ਦੀ ਚੜ੍ਹਤ ਹੋ ਰਹੀ ਹੈ ਔਰ ਤੁਲਨਾਤਮਕ ਤੌਰ ਤੇ ਜਿਹੜੀ ਪੱਛਮ ਦਾ ਜਿਹੜਾ ਨਿਗਾਰ ਹੋ ਰਿਹਾ, ਜੇ ਪੂਰਬ ਦਾ ਉਭਾਰ ਔਰ ਪੱਛਮ ਦਾ ਨਿਗਾਰ, ਜੇ ਆਪਾਂ ਕਹਿ ਦਈਏ ਕਿ ਅੰਗਰੇਜ਼ੀ ਦੇ ਵਿੱਚ ਰਾਈਜ਼ ਆਫ ਦੀ ਈਸਟ ਐਂਡ ਡਿਕਲਾਈਨ ਆਫ ਦੀ ਵੈਸਟ, ਜੇ ਅਸੀਂ ਅੱਜ ਦੇ ਸੰਸਾਰ ਦੇ ਜੇ 2 ਮੁੱਖ ਰੁਝਾਨ ਜਿਹੜੇ ਹੈ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਹੋਏ ਤਾਂ ਇਹ ਦੋਨੋਂ ਰੁਝਾਨ ਸਪਸ਼ਟ ਹੁੰਦੇ ਆ ਜੀ। ਇਹ ਠੀਕ ਹੈ ਤੁਹਾਡੀ ਗੱਲ ਕਿ ਸੱਚ ਮੰਨਣਾ ਔਖਾ ਹੁੰਦਾ ਹੈ ਕਿਉਂਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜਿਹੜੀ ਮਾਨਸਿਕਤਾ ਹੈਗੀ ਆ
ਉਹ ਮਤਲਬ ਉੱਥੇ ਇੱਕ ਜਿਹੜੀ ਜੋ ਸੱਚ ਉਸ ਵੇਲੇ ਹੁੰਦਾ ਉਹਦੇ ਵਿੱਚ ਫਿੱਟ ਹੋ ਜਾਂਦੀ ਹੈ। ਤਾਂ ਤਬਦੀਲੀ ਨੂੰ ਜਿਹੜਾ ਸਵੀਕਾਰ ਕਰਨਾ ਸੌਖਾ ਨਹੀਂ ਹੁੰਦਾ ਜੀ। ਤਾਂ ਇਹ ਹੁਣ ਅਸੀਂ ਇੱਕ ਪਿਛਲੇ 2 ਸਦੀਆਂ ਤੋਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਹਾਂਜੀ ਪੱਛਮ ਦੇ ਜਿਹੜੀ ਹੈ ਉਹ ਬੋਲਬਾਲਾ ਹੈਗਾ ਹਰ ਖੇਤਰ 'ਚ। ਤਾਂ ਹੁਣ ਇੱਕਦਮ ਅਸੀਂ ਜਿਹੜਾ ਉਹ ਸਾਡੇ ਲਈ ਬੜਾ ਮੁਸ਼ਕਿਲ ਹੈ ਕਿ ਮੰਨ ਲਈਏ ਕਿ ਨਹੀਂ। ਲੇਕਿਨ ਸਾਡੇ ਵਿੱਚੋਂ ਵੀ ਜਿਹੜੇ ਕੁਝ ਬੰਦੇ ਨੇ ਜਿਹੜੇ ਮਤਲਬ ਜਿਹੜੇ ਜਲਦੀ ਜਿਹੜੇ ਸੱਚ ਨੂੰ ਸਮਝ ਜਾਂਦੇ ਆ, ਦੂਸਰਿਆਂ ਨੂੰ ਜਰਾ ਟਾਈਮ ਲੱਗਦਾ ਹੈਗਾ, ਲੇਕਿਨ ਅਖੀਰ ਦੇ ਵਿੱਚ ਤਾਂ ਹਰ ਇੱਕ ਨੂੰ ਜਿਹੜਾ ਹੁੰਦਾ ਉਹ ਸੱਚ ਸਮਝਣਾ ਪੈਂਦਾ, ਸੱਚ ਨੂੰ ਸਵੀਕਾਰਨਾ ਪੈਂਦਾ ਜੀ। ਮੈਂ ਕਹਿੰਦਾ ਉਹਨਾਂ ਕਿ ਇੱਕੋ ਹੀ ਫਰਕ ਹੁੰਦਾ ਹੈ, ਜਿਹੜਾ ਸਿਆਣਾ ਬੰਦਾ ਉਹ ਹੈ ਜਿਹੜਾ ਰੁਝਾਨਾਂ ਨੂੰ ਸਮਝ ਲਵੇ ਸੱਚ ਤੇ ਉਹ ਆਪਣੀ ਮਰਜ਼ੀ ਨਾਲ ਸਵੀਕਾਰ ਕਰ ਲਵੇ। ਠੀਕ ਹੈ। ਨਹੀਂ ਤਾਂ ਫਿਰ ਸੱਚ ਕੀ ਹੁੰਦਾ ਕਿ ਤੁਹਾਨੂੰ ਘੜੀਸਿਆ ਜਾਣਾ ਪੈਂਦਾ। ਇੱਕ ਬੰਦਾ ਸਮੇਂ ਦੇ ਨਾਲ ਤੁਰਦਾ ਹੈਗਾ, ਜਿਹੜਾ ਉਹ ਦੇਖਦਾ ਕਿ ਕਿੱਧਰ ਨੂੰ ਜਾ ਰਹੀ ਹੈ ਵਹਾਅ ਜਿਹੜਾ ਕਿੱਧਰ ਹੈ, ਤੇ ਦੂਸਰਾ ਜਿਹੜਾ ਉਹ ਕਹਿੰਦਾ ਨਹੀਂ ਨਹੀਂ ਇੱਧਰ ਨਹੀਂ ਹੈਗਾ, ਤੇ ਫਿਰ ਉਹਨੂੰ ਵਹਾਅ ਨੇ ਤਾਂ ਉਧਰ ਹੀ ਰਹਿਣਾ ਜੋ ਕੁਦਰਤ ਦਾ ਵਹਾਅ ਹੈ। ਤੇ ਫਿਰ ਉਹ ਜੇ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਤੁਰੋਗੇ ਤੇ ਫਿਰ ਤੁਸੀਂ ਘੜੀਸੇ ਜਾਓਗੇ। ਤੇ ਕੋਈ ਵੀ ਬੰਦਾ ਜਿਹੜਾ ਆਪਾਂ ਜੇ ਕਿਤੇ ਆਪਣੀ ਮਰਜ਼ੀ ਨਾਲ ਜਾਈਏ ਕਿਤੇ ਤੇ ਉਹ ਜ਼ਿਆਦਾ ਅੱਛਾ ਹੁੰਦਾ ਹੈ। ਜੇ ਸਾਨੂੰ ਕੋਈ ਘੜੀਸ ਕੇ ਲੈ ਜਾਏ ਤੇ ਫਿਰ ਆਪਾਂ ਨੂੰ ਮਤਲਬ ਸੌਖਾ ਮਹਿਸੂਸ ਨਹੀਂ, ਅਣਸੁਖਾਵਾਂ ਮਹਿਸੂਸ ਹੁੰਦਾ ਹੈ ਜੀ ਜੀ। ਹਾਂਜੀ। ਤਾਂ ਇਹ ਸਾਡੇ ਕੋਲ ਇਸੇ ਕਰਕੇ ਆਪਾਂ ਇਹ ਚਰਚਾ ਕਰਦੇ ਹਾਂ ਕਿ ਮਤਲਬ ਜਿੰਨੀਆਂ ਗੱਲਾਂ ਕਿ ਆਪਾਂ ਜਿਹੜੇ ਰੁਝਾਨ ਨੇ ਜਿਹੜੇ ਮਤਲਬ ਜਿਹੜੇ ਬੁੱਧਜੀਵੀ ਵਰਗ ਹੈ ਜਿਹੜਾ ਸਮਾਜ ਦਾ ਬੌਧਿਕ ਵਰਗ ਹੈ, ਇੰਟੈਲੈਕਚੁਅਲ ਜਿਹੜਾ ਸੈਗਮੈਂਟ ਹੈ ਸੋਸਾਇਟੀ ਦਾ, ਉਹਦਾ ਇੱਕ ਨੈਤਿਕ ਫਰਜ਼ ਬਣ ਜਾਂਦਾ ਹੈਗਾ ਜੀ ਕਿ ਉਹ ਮਤਲਬ ਰੁਝਾਨਾਂ ਦੀ ਨਿਸ਼ਾਨਦੇਹੀ ਕਰੇ ਜੀ। ਕਿਉਂਕਿ ਦੇਖੋ ਫਰਕ ਇਹੀ ਹੁੰਦਾ ਨਾ ਕਿ ਜਿਹੜੇ ਬੁੱਧਜੀਵੀ ਨੇ, ਜਿਹੜੇ ਇੰਟੈਲੈਕਚੁਅਲ ਬੰਦੇ, ਉਹਨਾਂ ਨੂੰ ਰੁਝਾਨ ਸਮਝ ਆ ਜਾਂਦੇ ਆ, ਲੇਕਿਨ ਜਦੋਂ ਇੱਕ ਚੀਜ਼ ਵਾਪਰ ਜਾਂਦੀ ਹੈ ਜੀ, ਇੱਕ ਰੁਝਾਨ ਹੁੰਦਾ ਇਹਦਾ ਮਤਲਬ ਬਣ ਰਹੀ ਹੈ, ਇੱਕ ਵਾਪਰ ਜਾਂਦੀ ਹੈ, ਫਿਰ ਤਾਂ ਹਰ ਇੱਕ ਨੂੰ ਸਮਝ ਆ ਜਾਏਗੀ ਜੀ ਜੀ, ਫਿਰ ਤਾਂ ਉਹ ਪ੍ਰਤੱਖ ਹੋ ਜਾਏਗਾ। ਤਾਂ ਲੇਕਿਨ ਫਿਰ ਤੁਹਾਡਾ ਕੀ ਰੋਲ ਰਿਹਾ, ਫਿਰ ਇੰਟੈਲੈਕਚੁਅਲ ਬੰਦੇ ਦਾ ਕੀ ਕੰਮ ਹੋਇਆ, ਬੁੱਧੀਜੀਵੀ ਦਾ ਕੀ ਕੰਮ ਹੋਇਆ। ਹੁਣ ਸਾਡਾ ਜਿਹੜਾ ਦੁਖਾਂਤ ਹੈਗਾ ਕਿ ਸਾਡਾ ਬੁੱਧੀਜੀਵੀ ਵਰਗ ਜਿਹੜਾ ਉਹ ਵੀ ਮੰਨਣ ਨੂੰ ਤਿਆਰ ਨਹੀਂ ਹੈ ਜੀ ਜੀ। ਸਾਡੇ ਮਤਲਬ ਬੁੱਧੀਜੀਵੀ ਵਰਗ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ, ਆਪਾਂ ਅਗਰ ਇਹ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਜੋ ਇਸ ਵੇਲੇ ਵਰਤਾਰਾ ਚੱਲ ਰਿਹਾ ਉਹ ਪ੍ਰਵਾਸ ਹੈ। ਮਤਲਬ ਇਹ ਤਾਂ ਹੁਣ ਕੋਈ ਇਹਦੇ ਦੋ ਰਾਏ ਨਹੀਂ ਹੈਗੀਆਂ ਕਿ ਜੇ ਪੰਜਾਬੀ ਜੀਵਨ ਨੂੰ ਸਭ ਤੋਂ ਜ਼ਿਆਦਾ ਕੋਈ ਚੀਜ਼ ਪ੍ਰਭਾਵਿਤ ਕਰ ਰਹੀ ਹੈ ਤਾਂ ਪ੍ਰਵਾਸ ਕਰ ਰਿਹਾ। ਤਾਂ ਪ੍ਰਵਾਸ ਦਾ ਇੱਕ ਜਿਹੜਾ ਵੱਡਾ ਕਾਰਨ ਇਹ ਹੈਗਾ ਕਿ ਅਸੀਂ ਮਤਲਬ ਸਮਝਦੇ ਹਾਂ ਕਿ ਪੱਛਮੀ ਦੇਸ਼ਾਂ 'ਚ ਸਾਡਾ ਭਵਿੱਖ ਔਰ ਸਾਡੇ ਬੱਚਿਆਂ ਦਾ ਭਵਿੱਖ ਜ਼ਿਆਦਾ ਅੱਛਾ ਹੈ। ਜ਼ਾਹਰ ਹੈ ਕਿ ਆਪਾਂ ਇਸੇ ਕਰਕੇ ਪ੍ਰਵਾਸ ਹੋ ਰਿਹਾ ਜੀ ਜੀ। ਤੇ ਲੇਕਿਨ ਜਦੋਂ ਰੁਝਾਨ ਜਿਹੜੇ ਨੇ ਉਹ ਤਾਂ ਇਹ ਸਾਬਤ ਕਰ ਰਹੇ ਨੇ ਜੀ ਕਿ ਪੱਛਮ ਦਾ ਨਿਘਾਰ ਹੋ ਰਿਹਾ, ਪੂਰਬ ਦਾ ਉਭਾਰ ਹੋ ਰਿਹਾ, ਤੇ ਅਸੀਂ ਪੂਰਬ ਛੱਡ ਕੇ ਪੱਛਮ ਜਾ ਰਹੇ ਹਾਂ। ਤਾਂ ਜ਼ਾਹਰ ਹੈ ਕਿ ਅਸੀਂ ਜਿਹੜੇ ਰੁਝਾਨਾਂ ਨੂੰ ਨਹੀਂ ਸਮਝ ਸਕੇ। ਤਾਂ ਕਿਹਦਾ ਫਰਜ਼ ਸੀਗਾ ਇਹ ਰੁਝਾਨਾਂ ਨੂੰ ਸਮਝਣਾ, ਆਪ ਤੇ ਦੂਜਿਆਂ ਨੂੰ ਸਮਝਾਉਣਾ, ਇਹ ਸਾਡੇ ਬੌਧਿਕ ਵਰਗ ਦਾ ਕੰਮ ਸੀ ਜੀ ਜੀ। ਤਾਂ ਮੈਂ ਇਹ ਕਹਿੰਦਾ ਹੁੰਦਾ ਕਿ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਸਾਡਾ ਜਿਹੜਾ ਪੰਜਾਬ ਨੂੰ ਯੋਗ ਬੌਧਿਕ ਅਗਵਾਈ ਨਹੀਂ ਮਿਲ ਰਹੀ। ਅਸੀਂ ਜਿਹੜਾ ਬੌਧਿਕ ਅਗਵਾਈ ਤੋਂ ਵਾਂਝੇ ਹਾਂ ਤੇ ਇਹਨੂੰ ਪੰਜਾਬੀ ਚ ਅਸੀਂ ਵੀ ਕਹਿ ਸਕਦੇ ਹਾਂ ਬੌਧਿਕ ਕੰਗਾਲੀ ਦੀ ਅਵਸਥਾ ਚ ਅਸੀਂ। ਠੀਕ ਹੈ। ਤਾਂ ਇਹ ਉਹਦਾ ਸਾਨੂੰ ਬੜਾ ਵੱਡਾ ਜਿਹੜਾ ਨੁਕਸਾਨ ਹੋ ਰਿਹਾ। ਠੀਕ ਹੈ। ਇੱਕ ਡਾਕਟਰ ਸਾਹਿਬ ਤੁਸੀਂ ਬੌਧਿਕ ਕੰਗਾਲੀ ਦੀ ਗੱਲ ਤਾਂ ਕਰ ਦਿੱਤੀ ਹੈ, ਜਿਹੜੀ ਆਰਥਿਕ ਤੌਰ ਤੇ ਅਸੀਂ ਮਜ਼ਬੂਤ ਹੋ ਰਹੇ ਹਾਂ। ਜਿਵੇਂ ਹੁਣ ਕੱਲ੍ਹ ਹੀ ਜਿਹੜੀ ਹੈਗੀ ਆ ਇਹ ਵੱਡੀਆਂ ਜਿਹੜੀਆਂ ਆਰਥਿਕਤਾਵਾਂ ਨੇ, ਜਿਹੜੀ ਉੱਭਰ ਰਹੀਆਂ ਤਾਂ ਆਰਥਿਕਤਾਵਾਂ ਨੇ, ਉਹ ਇਕੱਠੀਆਂ ਹੋਈਆਂ ਜੋਨਸਬਰਗ ਦੇ ਵਿੱਚ, ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਮੁਲਕ ਦਾ ਪਹਿਲਾਂ ਐਗਜ਼ਿਸਟ ਕਰਦੇ ਸੀਗੇ ਤੇ ਹੋਰ ਨਵੀਆਂ ਜਿਹੜੀਆਂ ਆਰਥਿਕਤਾਵਾਂ ਆ ਰਹੀਆਂ ਨੇ, ਉਹਦਾ ਜਿਹੜਾ ਜਦੋਂ ਇਹ ਆਪਣਾ ਸੰਗਠਨ ਹੋਰ ਜ਼ਿਆਦਾ ਮਜ਼ਬੂਤ ਹੋਊਗਾ, ਉਹਦਾ ਕੀ ਪੱਛਮ ਦੇ ਉੱਤੇ ਪ੍ਰਭਾਵ ਪਊਗਾ? ਤੁਸੀਂ ਇੱਥੇ ਦੇਖੋ ਨਾ ਜੀ, ਆਪਾਂ 1995 ਲੈ ਲੈਂਦੇ ਨਾ, 1995 ਜੀ। ਹੁਣ 1995 ਦੇ ਵਿੱਚ ਜਿਹੜੇ ਅੱਜ ਦੇਸ਼, ਜਿਹੜੇ 5 ਦੇਸ਼ ਜਿਹੜੇ ਬ੍ਰਿਕਸ ਦੇ ਵਿੱਚ ਨੇ, ਉਹਦੇ ਵਿੱਚ ਬ੍ਰਾਜ਼ੀਲ ਹੈ, ਰਸ਼ੀਆ ਹੈ, ਇੰਡੀਆ ਹੈ, ਚਾਈਨਾ ਔਰ ਸਾਊਥ ਅਫਰੀਕਾ ਜੀ। ਬ੍ਰਿਕਸ ਲਫ਼ਜ਼ ਤਾਂ ਬਣਿਆ ਇਹ 5 ਦੇਸ਼ਾਂ। ਤਾਂ ਇਹਨਾਂ ਦੀ ਜਿਹੜੀ ਆਰਥਿਕਤਾ ਜੇ ਸਾਰਿਆਂ ਦੀ ਇਕੱਠੀ ਕਰ ਲਈਏ ਤਾਂ 1995 ਦੇ ਵਿੱਚ ਇਹ ਸੰਸਾਰ ਦੀ ਕੁੱਲ ਆਰਥਿਕਤਾ ਦਾ ਜਿਹੜਾ ਹੈ 16% ਬਣਦਾ ਸੀਗਾ। ਹੁਣ ਲੇਕਿਨ ਪਿਛਲੇ ਸਾਲ ਜਾਂ ਇਸ ਸਾਲ ਕਹਿ ਲਓ 2023 ਦੇ ਵਿੱਚ ਜਿਹੜਾ 31% ਜਿਹੜੀ
ਸੰਸਾਰ ਦੀ ਆਰਥਿਕਤਾ ਦੀ ਪ੍ਰਤੀਨਿਧਤਾ ਇਹ 5 ਦੇਸ਼ ਕਰ ਰਹੇ ਆ ਜੀ ਤੇ ਜਿਹੜੇ ਮਤਲਬ ਮਜ਼ਬੂਤ ਦੇਸ਼ ਸਮਝੇ ਜਾਂਦੇ ਆ ਉਹਨੂੰ ਆਪਾਂ G7 ਕੰਟਰੀਜ਼ ਕਹਿੰਦੇ ਆ ਜੀ ਜੀ ਜਿਹਦੇ ਵਿੱਚ ਅਮਰੀਕਾ ਵੀ ਆਂਦਾ ਹੈਗਾ, ਇੰਗਲੈਂਡ ਵੀ ਆਂਦਾ ਹੈ, ਫਰਾਂਸ ਵੀ ਆਂਦਾ ਹੈ ਜੀ, ਜਾਪਾਨ ਵੀ ਆਂਦਾ ਹੈ ਜੀ। तो ये सारे ਜਿਹੜੇ G7 ਦੇ ਦੇਸ਼ ਨੇ ਹੈ ਜੀ, ਜਾਪਾਨ ਵੀ ਆਂਦਾ, ਕੈਨੇਡਾ, तो ਇਹ ਸਾਰੇ ਜਿਹੜੇ ਨੇ ਮਿਲ ਕੇ ਉਹ 30% ਰਹਿ ਗਈ ਉਹਨਾਂ ਦੀ ਤੇ ਸਾਡੀ ਬ੍ਰਿਕਸ ਦੀ 31.5 ਹੋ ਗਈ। ਇਹ ਉਦੋਂ ਸੀ ਕਿ ਜਦੋਂ ਕਿ 5 ਦੇਸ਼ ਤੇ ਹੁਣੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 6 ਦੇਸ਼ ਹੋਰ ਸ਼ਾਮਲ ਹੋ ਗਏ ਨੇ ਹੈ ਜੀ, तो ਉਹਦੇ ਨਾਲ ਸਮੀਕਰਨ ਹੋਰ ਬਦਲ ਗਏ ਨੇ ਜੀ ਜੀ ਕਿ ਉਹਦੇ ਵਿੱਚ ਜਿਹੜਾ ਹੁਣ 37.5% ਜਿਹੜੀ ਹੈਗੀ ਆ, ਮਤਲਬ ਜਿਹੜੀ 37.5% ਜਿਹੜੀ ਵਿਸ਼ਵ ਆਰਥਿਕਤਾ ਦਾ ਹਿੱਸਾ ਜਿਹੜਾ ਹੁਣ ਇਹ ਦੇਸ਼ ਬਣਾ ਰਿਹਾ ਹੈ ਬ੍ਰਿਕਸ ਹੈ ਜੀ। ਤੇ ਨਾਲ ਜਿਹੜੀ ਪਾਪੂਲੇਸ਼ਨ ਹੈ ਵਸੋਂ ਸੰਸਾਰ ਦੀ, ਹੁਣ ਜਿਹੜੇ ਨਵੇਂ ਜਿਹੜੇ 6 ਦੇਸ਼ ਸ਼ਾਮਲ ਹੋਣੇ 11 ਦੇਸ਼ ਹੋ ਗਏ ਜੀ, ਇਹਨਾਂ ਦੀ 47% ਜੋ ਸੰਸਾਰ ਦੀ ਕੁੱਲ ਵਸੋਂ ਹੈ ਉਹਦੀ ਪ੍ਰਤੀਨਿਧਤਾ ਕਰ ਰਹੇ ਨੇ। ਲੇਕਿਨ ਇੱਥੇ ਗੱਲ ਨਹੀਂ ਮੁੱਕਦੀ ਜੀ, ਅਸਲ ਦੇ ਵਿੱਚ 20 ਦੇਸ਼ ਸ਼ਾਮਲ ਹੋਣਾ ਚਾਹੁੰਦੇ ਸੀਗੇ ਜੀ, ਤਾਂ ਉਹਨਾਂ ਨੇ ਬੜਾ ਮਤਲਬ ਹੌਲੀ ਹੌਲੀ ਕਰਕੇ ਉਹ ਲੈ ਰਹੇ ਨੇ। ਤੇ ਅਗਲੇ ਸਾਲ ਸਮਝੋ 5-7 ਹੋਰ ਸ਼ਾਮਲ ਹੋਣਗੇ ਤਾਂ ਉਹ ਮਤਲਬ ਲਾਜ਼ਮੀ ਹੈ ਕਿ ਇਹਨੇ ਹੋਰ ਇਹਦਾ ਵਿਸਥਾਰ ਹੋਣਾ ਹੈਗਾ ਹੈ। ਤਾਂ ਉਹਦੇ ਵਿੱਚ ਕੀ ਹੋਣਾ ਹੈ ਕਿ ਅਗਲੇ ਸਾਲ ਇਹ ਜਿਹੜੀ ਹੈ 50% ਤੋਂ ਜ਼ਿਆਦਾ ਜਿਹੜੀ ਵਿਸ਼ਵ ਦੀ ਵਸੋਂ ਹੈ ਉਹਦੀ ਪ੍ਰਤੀਨਿਧਤਾ ਕਰੇਗੀ ਔਰ 2030 ਦੇ ਵਿੱਚ ਸੰਸਾਰ ਦੀ ਜਿਹੜੀ ਕੁੱਲ ਆਰਥਿਕਤਾ ਹੈਗੀ ਹੈ ਉਹਦੀ 50% ਤੋਂ ਜ਼ਿਆਦਾ ਪ੍ਰਤੀਨਿਧਤਾ ਕਰੇਗੀ ਜੀ। ਤਾਂ ਦੇਖੋ ਕਿੰਨੀ ਵੱਡੀ ਗੱਲ। ਔਰ ਇੱਕ ਬੰਨੇ ਤਾਂ ਇਹਨਾਂ ਦੇਸ਼ਾਂ ਦਾ ਤਾਂ ਜਿਹੜਾ ਹਿੱਸਾ ਵੱਧ ਰਿਹਾ ਹੈ ਜੀ, ਮਤਲਬ ਦੋਨੋਂ ਪਾਸੇ ਕਿ ਉਹਨਾਂ ਦਾ ਆਰਥਿਕਤਾ ਦੇ ਵਿੱਚ ਵੀ ਹਿੱਸਾ ਵੱਧ ਰਿਹਾ ਔਰ ਉਹਦਾ ਜਿਹੜਾ ਹੈਗਾ ਵਿਸ਼ਵ ਵਸੋਂ ਦੀ ਜਿਹੜੀ ਪ੍ਰਤੀਨਿਧਤਾ ਉਹ ਵੀ ਹਿੱਸਾ ਵੱਧ ਰਿਹਾ। ਦੂਸਰੇ ਪਾਸੇ ਜਿਹੜਾ ਪੱਛਮੀ ਦੇਸ਼ ਉਹਨਾਂ ਲਗਾਤਾਰ ਸੁੱਕੜ ਰਿਹਾ ਜੀ ਜੀ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਕਿੱਥੋਂ ਤੱਕ ਜਿਹੜਾ ਫਰਾਂਸ ਹੈ ਜੀ, ਜਿਹੜਾ G7 ਦਾ ਇੱਕ ਦੇਸ਼ ਹੈ ਔਰ ਬੜਾ ਮਤਲਬ ਯੂਰਪ ਦਾ ਔਰ ਸੰਸਾਰ ਦਾ ਇੱਕ ਬੜੀ ਵੱਡੀ ਤਾਕਤ ਹੈ, ਮੰਨੀ ਪਰਮੰਨੀ ਤਾਕਤ ਹੈ, ਉਹਨੇ ਬੇਨਤੀ ਕੀਤੀ ਕਿ ਮੈਨੂੰ ਵੀ ਸ਼ਾਮਲ ਕਰ ਲਓ ਬ੍ਰਿਕਸ ਚ। ਮਤਲਬ ਇਸ ਹੱਦ ਤੱਕ ਹੁਣ ਮਤਲਬ ਉਹਨਾਂ ਬ੍ਰਿਕਸ ਦਾ ਜਿਹੜਾ ਦੁਨੀਆ ਤੇ ਦਬਦਬਾ ਹੋ ਗਿਆ, ਪ੍ਰਭਾਵ ਆਪਾਂ ਕਹਿ ਸਕਦੇ ਹਾਂ ਵੀ ਕਹਿ ਸਕਦੇ ਆ ਕਿ ਇਸ ਜਿਹੜੀ ਆਪਣੀ ਜਥੇਬੰਦੀ ਆ ਜਾਂ ਆਪਾਂ ਇੱਕ ਆਪਣਾ ਇਕੱਠਾ ਹੋ ਰਹੀ ਹੈ, ਗਰੁੱਪ ਇਕੱਠਾ ਹੋ ਰਿਹਾ ਹੈ, ਇਸ ਦਾ ਦਬਦਬਾ ਪੂਰੀ ਦੁਨੀਆ ਦੇ ਉੱਤੇ ਵੱਧ ਰਿਹਾ ਹੈ ਤੇ ਪੱਛਮੀ ਮੁਲਕ ਵੀ ਇਸ ਦੇ ਵਿੱਚ ਆਉਣ ਵਾਸਤੇ ਤਿਆਰ ਹੈ। ਤੇ ਇਸ ਦੇ ਉੱਤੇ ਆਪਾਂ ਹੋਰ ਵੀ ਗੱਲਬਾਤ ਜਾਰੀ ਰੱਖਾਂਗੇ। ਲੈਣੇ ਆ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੈ ਕਿ ਫਰਾਂਸ ਵਰਗੇ ਮੁਲਕ ਨੇ ਵੀ ਇਹ ਕਿਹਾ ਕਿ ਸਾਨੂੰ ਬ੍ਰਿਕਸ ਦੇ ਵਿੱਚ ਸ਼ਾਮਲ ਕੀਤਾ ਜਾਵੇ, ਤੇ ਜੇ ਇਸ ਤਰੀਕੇ ਦੇ ਨਾਲ ਪੱਛਮ ਦੇ ਨਾਲੋਂ ਵੀ ਟੁੱਟ ਕੇ ਜਿਹੜੀਆਂ ਉਹਨਾਂ ਦੀ ਜਥੇਬੰਦੀਆਂ ਨਾਲ ਜਾਂ ਆਪਾਂ ਕਹਿ ਸਕਦੇ ਆ ਉਹ ਉਧਰੋਂ ਜਿਹੜੀਆਂ ਇੱਧਰ ਆਉਂਦੀਆਂ ਨੇ, ਤਾਂ ਇਹਦੇ ਨਾਲ ਤਾਂ ਇਹ ਹੈ ਕਿ ਇਹ ਜਿਹੜਾ ਸੰਗਠਨ ਹੈ ਬਹੁਤ ਮਜ਼ਬੂਤ ਹੋ ਜਾਊਗਾ। ਤੇ ਇਹਦੇ ਨਾਲ ਜਿਵੇਂ ਹੁਣ ਭਾਰਤ ਦੀ ਸਥਿਤੀ ਬਾਰੇ ਤੁਸੀਂ ਕੀ ਕਹੋਗੇ ਕਿ ਹੁਣ ਭਾਰਤ ਕਿੱਥੇ ਖੜਾ ਆਰਥਿਕਤਾ ਦੇ ਤੌਰ ਤੇ? ਭਾਰਤ ਜਿਹੜਾ ਕਿਉਂਕਿ ਪੂਰਬ ਦਾ ਹਿੱਸਾ ਹੈਗਾ, ਏਸ਼ੀਆ ਦਾ ਹਿੱਸਾ ਹੈਗਾ ਔਰ ਜਿਹੜਾ ਰੁਝਾਨ ਹੈਗਾ ਮੁੱਖ ਰੁਝਾਨ ਸੰਸਾਰ ਦਾ ਉਹ ਏਸ਼ੀਆ ਦੀ ਔਰ ਪੂਰਬ ਦੀ ਚੜ੍ਹਤ ਹੈ। ਤਾਂ ਭਾਰਤ ਦਾ ਜ਼ਾਹਰ ਹੈ ਕਿ ਭਾਰਤ ਜਿਹੜਾ ਉਹਦੀ ਚੜ੍ਹਤ ਹੋਣੀ ਹੈ ਜੀ। ਤਾਂ ਇਸ ਕਰਕੇ ਜਿਹੜਾ ਭਾਰਤ ਦੇ ਦੇਖੋ ਨਾ ਲਗਾਤਾਰ ਜਿਹੜੀ ਹੈ ਕਿ ਤੁਸੀਂ ਹੁਣ ਪਿਛਲੇ ਸਾਲ ਜਿਹੜਾ ਹੈਗਾ ਕਿ ਭਾਰਤ ਜਿਹੜਾ ਇੱਕ ਅੰਗਰੇਜ਼ ਦਾ ਬਸਤੀ ਸੀਗੀ, ਮਤਲਬ ਇੰਗਲੈਂਡ ਦੀ ਹੈ ਜੀ, ਅਸੀਂ ਉਹਨਾਂ ਦੇ ਗੁਲਾਮ ਸੀ, ਅਸੀਂ ਉਹਨਾਂ ਦੀ ਬਸਤੀ ਸੀਗੀ। ਲੇਕਿਨ ਇਸ ਸਾਲ ਭਾਰਤ ਨੇ ਇੰਗਲੈਂਡ ਨੂੰ ਪਛਾੜ ਦਿੱਤਾ ਹੈਗਾ। ਭਾਰਤ 5ਵੇਂ ਨੰਬਰ ਤੇ ਆਰਥਿਕਤਾ ਦੁਨੀਆ ਦੀ ਸਭ ਤੋਂ ਵੱਡੀ ਬਣ ਗਈ ਤੇ ਇੰਗਲੈਂਡ 6ਵੇਂ ਨੰਬਰ ਤੇ ਪਹੁੰਚ ਗਿਆ। ਤਾਂ ਲੇਕਿਨ ਇੱਥੇ ਬਸ ਨਹੀਂ ਹੈ। 2030 ਦੇ ਵਿੱਚ ਭਾਰਤ ਜਿਹੜਾ ਹੈਗਾ ਉਹ ਜਰਮਨੀ ਔਰ ਜਾਪਾਨ ਨੂੰ ਵੀ ਪਛਾੜ ਦੇਗਾ ਔਰ ਤੀਸਰੇ ਨੰਬਰ ਤੇ ਪਹੁੰਚ ਜਾਏਗਾ। ਲੇਕਿਨ ਇੱਥੇ ਵੀ ਬਸ ਨਹੀਂ, 2050 ਦੇ ਵਿੱਚ ਭਾਰਤ ਜਿਹੜਾ ਹੈ ਅਮਰੀਕਾ ਨੂੰ ਵੀ ਪਛਾੜ ਦੇਗਾ ਔਰ ਸੈਕੰਡ ਨੰਬਰ ਚਾਈਨਾ ਤੋਂ ਬਾਅਦ ਸੰਸਾਰ ਦੀ ਦੂਜੀ ਵੱਡੀ ਆਰਥਿਕਤਾ 2050 ਦੇ। ਇਹ ਭਵਿੱਖਬਾਣੀ ਜਿਹੜੀ ਅਮਰੀਕਾ ਦੀ ਆਪਣੀ ਬਹੁਤ ਵੱਡੀ ਜਿਹੜੀ ਸਤਿਕਾਰਿਤ ਸੰਸਥਾ ਨੂੰ ਕਹਿੰਦੇ ਗੋਲਡਮੈਨ ਸੈਕਸ, ਉਸ ਦੀ ਭਵਿੱਖਬਾਣੀ ਹੈ ਜੀ ਜੀ। ਕਿ ਮਤਲਬ ਅਮਰੀਕਾ ਦੀ ਮਤਲਬ ਸਤਿਕਾਰਿਤ ਸੰਸਥਾ ਨੇ ਕਿਹਾ ਕਿ 2050 ਦੇ ਵਿੱਚ ਜਿਹੜਾ ਹੈ ਚੀਨ ਨੰਬਰ 1 ਤੇ ਹੋਏਗਾ, ਭਾਰਤ ਨੰਬਰ 2 ਤੇ ਅਮਰੀਕਾ ਨੰਬਰ 3 ਤੇ। तो ਜ਼ਾਹਰ ਹੈ ਕਿ ਭਾਰਤ ਦਾ ਜਿਹੜਾ ਭਵਿੱਖ ਜਿਹੜਾ ਹੈਗਾ ਉਹ ਸਾਨੂੰ ਅੱਛਾ ਨਜ਼ਰ ਆ ਰਿਹਾ ਹੈ ਕਿ ਮਤਲਬ ਲਗਾਤਾਰ ਭਾਰਤ ਜਿਹੜਾ ਹੈਗਾ ਉਹ
ਅਗਾਂਹ ਵੱਧ ਰਿਹਾ ਆਰਥਿਕ ਤੌਰ ਤੇ। ਔਰ ਤੁਸੀਂ ਹੁਣੇ ਚੰਦਰਾਇਨ ਦਾ ਜ਼ਿਕਰ ਕੀਤਾ ਕਿ ਵਿਗਿਆਨ ਦੇ ਖੇਤਰ, ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੀ ਜਿਹੜਾ ਭਾਰਤ ਅੱਗੇ ਵੱਧ ਰਿਹਾ ਜੀ। ਜੀ ਜੀ। ਤੇ ਅੱਛਾ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਭਾਰਤ ਆਰਥਿਕ ਤੌਰ ਤੇ ਹੋਰ ਜ਼ਿਆਦਾ ਮਜ਼ਬੂਤ ਹੋ ਰਿਹਾ ਹੈ, ਪਰ ਇੱਕ ਗੱਲ ਤਾਂ ਇਹ ਹੈ ਵੀ ਦੱਸੋ ਨਾ ਕਿ ਜਿਹੜੇ ਹੁਣ ਪੱਛਮੀ ਮੁਲਕ ਨੇ, ਪੱਛਮੀ ਮੁਲਕ ਭਾਵੇਂ ਉਹ ਆਰਥਿਕ ਤੌਰ ਤੇ ਭਾਰਤ ਨਾਲੋਂ ਹੇਠਾਂ ਨੇ, ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਭਾਰਤ ਨਾਲੋਂ ਕੁਝ ਜ਼ਿਆਦਾ ਵਧੀਆ ਹੈ। ਤੇ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਮਤਲਬ ਇੰਨੇ ਯਤਨਾਂ ਦੇ ਬਾਵਜੂਦ, ਇੰਨੀ ਆਰਥਿਕਤਾ ਦੇ ਬਾਵਜੂਦ ਤੇ ਜਿਹੜੇ ਲੋਕ ਨੇ ਉਹ ਗਰੀਬ ਕਿਉਂ ਨੇ? ਮੈਨੂੰ ਇਹ ਵੀ ਦੱਸੋ ਜਰਾ। ਇਹਦੇ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ। ਇੱਕ ਜਿਹੜੀ ਹੈਗੀ ਉਹਨੂੰ ਕਹਿੰਦੇ GDP ਹੈ ਜੀ, ਇਹਨੂੰ ਕਹਿੰਦੇ ਕੁੱਲ ਮਤਲਬ ਗ੍ਰੋਸ ਡੋਮੈਸਟਿਕ ਪ੍ਰੋਡਕਟ, ਕੁੱਲ ਘਰੇਲੂ ਉਤਪਾਦਨ ਹੈ ਜੀ। ਇੱਕ ਤਾਂ ਇਹ ਹੁੰਦਾ ਹੈ GDP। ਹਾਂਜੀ। ਇੱਕ ਹੁੰਦੀ ਹੈ PPP। ਠੀਕ ਹੈ। PPP ਦਾ ਮਤਲਬ ਪਰਚੇਜ਼ਿੰਗ ਪਾਵਰ ਪੈਰਿਟੀ, ਤੁਲਨਾਤਮਕ ਖਰੀਦ ਸ਼ਕਤੀ ਹੈ। ਤੀਸਰੀ ਚੀਜ਼ ਹੁੰਦੀ ਹੈ ਪਰ ਕੈਪੀਟਾ ਇਨਕਮ। ਤਿੰਨ ਜਦੋਂ ਅਸੀਂ ਦੇਸ਼ਾਂ ਦਾ ਮੁਕਾਬਲਾ ਕਰਦੇ ਹਾਂ ਇੱਕ ਦੂਜੇ ਨਾਲ, ਤਾਂ ਤਿੰਨ ਜਿਹੜੇ ਨੇ ਉਹਦੇ ਚ ਇਹ ਕ੍ਰਾਈਟੇਰੀਆ ਨੇ, ਤਿੰਨ ਕਸੌਟੀਆਂ ਨੇ ਹੈ। ਤਾਂ ਉਹਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਭ ਤੋਂ ਮਹੱਤਵਪੂਰਨ ਕਿਹੜੀ ਹੈ। ਹੁਣ ਇਹ ਕਹਿੰਦੇ ਨੇ ਕਿ ਵੀ ਜਿੱਥੇ ਫਰਕ ਹੈਗਾ, ਦੇਖੋ ਸਭ ਤੋਂ ਜ਼ਿਆਦਾ ਫਰਕ ਜਿਹੜਾ ਪਰ ਕੈਪੀਟਾ ਇਨਕਮ ਦੇ ਵਿੱਚ ਹੈ ਜੀ, ਕਿ ਜਿਹੜੀ ਜੀ ਪ੍ਰਤੀ ਆਮਦਨ ਹੈ ਉਹ ਹਾਲੇ ਪੱਛਮੀ ਦੇਸ਼ਾਂ ਦੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੈਗੀ ਜੀ। ਤਾਂ ਉਹ ਤੇ ਇੱਕ ਜਿਹੜੀ GDP ਜਿਹਨੂੰ ਕਹਿੰਦੇ ਆ, GDP ਕਿਉਂ ਜ਼ਿਆਦਾ ਹੈਗੀ ਹੈ ਕਿ GDP ਜਿਹੜੀ ਹੈ ਉਹ ਇਹ ਦੱਸਦੀ ਹੈ ਕਿ ਜਿਹੜੀ ਡਾਲਰ ਦੇ ਹਿਸਾਬ ਦੇ ਨਾਲ ਜਿਹੜੀ ਐਕਸਚੇਂਜ ਵੈਲਿਊ ਹੈ। ਹੁਣ ਇਹ ਦੋਨੋਂ ਚੀਜ਼ਾਂ ਨੇ ਜਿਹੜੀਆਂ ਪਰ ਕੈਪੀਟਾ ਇਨਕਮ ਹੈ ਤੇ ਜਿਹੜੀ GDP ਹੈ, ਉਹ ਮਤਲਬ ਪੂਰੀ ਤਰ੍ਹਾਂ ਸੱਚਾਈ ਨਹੀਂ ਦੱਸ ਸਕਦੀਆਂ ਜੀ। ਕਿਉਂਕਿ ਤੁਸੀਂ ਮਤਲਬ ਇੱਕ ਬੜੀ ਜਿਹੜੀ ਮਤਲਬ ਫਿਰ ਕਿਹੜੀ ਚੀਜ਼ ਹੈ ਜਿਹੜੀ ਪੂਰੀ ਤਰ੍ਹਾਂ ਸੱਚ ਦੱਸਦੀ ਹੈ ਵੀ ਕਿੱਥੇ ਕਿਹੜਾ ਦੇਸ਼ ਖੜਾ ਹੈਗਾ? ਉਹ ਹੁੰਦਾ ਕਿ ਉਸ ਰੁਪਏ ਦੀ ਖਰੀਦ ਸ਼ਕਤੀ ਕੀ ਹੈ, ਪਰਚੇਜ਼ਿੰਗ ਪਾਵਰ ਪੈਰਿਟੀ। ਜੇ ਦੋ ਦੇਸ਼ਾਂ ਦਾ ਮੁਕਾਬਲਾ ਕਰਨਾ ਹੈ ਤਾਂ ਉਹ ਸਾਰਿਆਂ ਤੋਂ ਜ਼ਿਆਦਾ ਜਿਹੜੀ ਹੈ ਐਕੂਰੇਟ ਹੈ, ਸਾਰਿਆਂ ਤੋਂ ਜ਼ਿਆਦਾ ਸਹੀ ਤਸਵੀਰ ਦਿਖਾਉਂਦੀ ਹੈ ਜੀ। ਕਿਉਂਕਿ ਦੇਖੋ ਹੁਣ ਜੇ ਅਸੀਂ ਆਪਾਂ ਇਹ ਲੈਣੇ ਵੀ ਹਾਂਜੀ ਇੱਥੇ GDP ਇੰਨੀ ਹੈ, ਇੱਥੇ ਪਰ ਕੈਪੀਟਾ ਇਨਕਮ ਇੰਨੀ ਹੈ, ਲੇਕਿਨ ਉਨੀ ਇਨਕਮ ਨਾਲ ਉੱਥੇ ਬੰਦਾ ਖਰੀਦ ਕੀ ਸਕਦਾ ਹੈ ਜੀ। ਸਵਾਲ ਤਾਂ ਇਹ ਹੈ ਨਾ ਕਿ ਹੁਣ ਬੜੀ ਇੱਕ ਮੈਂ ਉਦਾਹਰਨ ਦਿੰਦਾ ਹੁੰਦਾ ਕਿ ਦੇਖੋ ਅਕਸਰ ਮਤਲਬ ਸਭ ਤੋਂ ਜ਼ਿਆਦਾ ਇਸ ਵੇਲੇ ਰੁਝਾਨ ਜਿਹੜਾ ਆਪਣੇ ਕੈਨੇਡਾ ਜਾਣ ਦਾ ਹੈ। 70% ਲੋਕ ਜਿਹੜੇ ਨੇ ਪੰਜਾਬ ਚੋਂ ਪ੍ਰਵਾਸ ਕਰਕੇ ਕੈਨੇਡਾ ਜਾ ਰਹੇ। ਤਾਂ ਜ਼ਾਹਰ ਹੈ ਕਿ ਮਤਲਬ ਬਾਕੀ ਸਾਰੇ ਦੁਨੀਆ 30% ਜਾ ਰਹੇ, ਇਕੱਲੇ ਕੈਨੇਡਾ 70% ਜਾ ਰਹੇ ਨੇ। ਤਾਂ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਉੱਥੇ ਅਕਸਰ ਇਹ ਕਿਹਾ ਜਾਂਦਾ ਬੰਦੇ ਨੂੰ, ਇੱਥੇ ਕਹਿੰਦੇ ਯਾਰ ਤੈਨੂੰ ਉੱਥੇ $5000 ਮਹੀਨੇ ਦਾ ਮਿਲਣਾ ਸ਼ੁਰੂ ਹੋ ਜਾਏਗਾ। ਤੇ $5000 ਕਿੰਨਾ ਹੈ ਪਰ ਕੈਪੀਟਲ? 3 ਲੱਖ ਰੁਪਇਆ ਹੈ ਜੀ। 3 ਲੱਖ ਰੁਪਇਆ ਮਹੀਨਾ। ਹੁਣ ਉਹ ਕਹਿੰਦਾ ਤਾਂ ਉਹ ਪ੍ਰਭਾਵ ਇਹ ਪੈਂਦਾ ਬੰਦੇ ਨੂੰ ਕਿ ਮੇਰੀ ਲਾਈਫ ਇਦਾਂ ਦੀ ਹੋਏਗੀ ਕੈਨੇਡਾ 'ਚ ਜਿੱਦਾਂ ਮੈਨੂੰ ਇੱਥੇ 3 ਲੱਖ ਰੁਪਇਆ ਮਹੀਨਾ ਮਿਲਦਾ। ਹੁਣ ਸਵਾਲ ਇਹ ਹੈ ਕਿ 5 ਲੱਖ ਜਿਹੜੀ 3 ਲੱਖ ਦੀ ਖਰੀਦ ਸ਼ਕਤੀ ਭਾਰਤ 'ਚ ਕਿੰਨੀ ਹੈ, ਪੰਜਾਬ 'ਚ ਕਿੰਨੀ ਹੈ, ਤੇ 5000 ਦੀ ਕੈਨੇਡਾ 'ਚ ਕੀ ਮਹੀਨੇ ਦੀ ਮਤਲਬ ਕੀ ਖਰੀਦ ਸ਼ਕਤੀ ਹੈ? ਹੁਣ 5000 ਦੇ ਨਾਲ ਉਦਾਂ ਤਾਂ ਬਰਾਬਰ ਹੈ, ਪਰ ਕੈਪੀਟਲ ਇਨਕਮ ਤਾਂ ਬਰਾਬਰ ਹੋ ਗਈ 5000 ਤੇ 3 ਲੱਖ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ 5000 ਨਾਲ ਕੈਨੇਡਾ ਅੱਜ ਬੰਦਾ ਹੀ ਕੱਖ ਨਹੀਂ, 2000 ਤਾਂ ਤੁਹਾਨੂੰ ਬੇਸਮੈਂਟ ਦਾ ਕਿਰਾਇਆ ਦੇਣਾ ਪੈਂਦਾ। ਜੇ ਘਟੀਆ ਤੋਂ ਇੱਕ ਕਾਰ ਵੀ ਰੱਖੋਗੇ ਮਤਲਬ ਸਸਤੀ ਤੋਂ ਸਸਤੀ ਕਾਰ ਦਾ 1000 ਰੁਪਇਆ ਮਹੀਨਾ ਉਹ ਪੈ ਗਿਆ। ਫਿਰ ਟੈਕਸ ਲੱਗ ਗਏ 1000 ਤੇ ਬਾਕੀ ਤੁਹਾਡੇ ਠਨ ਗੋਪਾਲ 1000 ਰੁਪਇਆ ਤੁਹਾਡੇ ਕੋਲ ਡਾਲਰ ਬਚਿਆ, ਉਹਦੇ ਤੁਸੀਂ ਖਾਣਾ ਵੀ ਹੈ, ਹੋਰ ਵੀ ਖਰਚੇ ਚਲਾਣੇ ਆ। ਤਾਂ $5000 ਦੇ ਨਾਲ ਬੜੀ ਮੁਸ਼ਕਲ ਨਾਲ ਅੱਜ ਕੈਨੇਡਾ 'ਚ ਕਿਸੇ ਦਾ ਗੁਜ਼ਾਰਾ ਹੋਏਗਾ। ਹੁਣ ਜਿਹੜਾ ਕੋਈ ਬੰਦਾ ਅੱਜ ਵੀ ਤੁਸੀਂ ਦੇਖੋ ਆਪਾਂ ਪੰਜਾਬ 'ਚ ਬੈਠੇ ਆ, ਜੇ ਕਿਸੇ ਪਰਿਵਾਰ ਦੇ 3 ਲੱਖ ਮਤਲਬ ਪਤੀ ਪਤਨੀ ਹੈ ਦੋਨੋਂ ਮਿਲ ਕੇ ਚਲੋ 3 ਲੱਖ ਰੁਪਏ ਕਮਾ ਲੈਂਦੇ ਨੇ ਹੈ ਜੀ, ਤਾਂ ਉਹਨਾਂ ਦੀ ਬੜੀ ਵਧੀਆ ਲਾਈਫ ਹੈ ਇੱਥੇ। 3 ਲੱਖ ਖੁੱਲਾ ਖਰਚ ਕਰ ਸਕਦੇ ਆ, ਬੜੀ ਸੋਹਣੀ। ਲੇਕਿਨ ਉਹਨਾਂ ਨੂੰ ਲੱਗੇਗਾ ਜੀ ਕੈਨੇਡਾ 'ਚ ਵੀ ਸਾਨੂੰ ਇੰਨੇ ਪੈਸੇ ਬਣ ਜਾਣੇ ਆ, ਫਿਰ ਉਹਨਾਂ ਨੂੰ ਜਾ ਕੇ ਉੱਥੇ ਬੜੀ ਸੱਟ ਵੱਜੇਗੀ ਵੀ ਇੱਥੇ ਤਾਂ 3 ਲੱਖ ਨਾਲ ਉਹਦੀ ਪਰਚੇਜ਼ਿੰਗ ਪਾਵਰ ਇੰਨੀ ਹੈ, ਖਰੀਦ ਸ਼ਕਤੀ 3 ਲੱਖ ਦੀ ਅੱਜ ਵੀ ਪੰਜਾਬ 'ਚ ਬਹੁਤ ਹੈ। ਕੈਨੇਡਾ ਦਾ ਉਹਦਾ 3 ਲੱਖ ਨਾਲ ਬਣਨਾ ਹੀ ਕੱਖ ਨਹੀਂ ਉਹਦਾ। ਤੇ ਫਿਰ ਉਹ ਪਛਤਾਣਗੇ। ਫਿਰ ਉਹਨਾਂ ਮਤਲਬ ਇਹ ਹੈ ਕਿ ਜਿਹੜੀ ਗੱਲ ਆਪਾਂ ਨੂੰ ਜਿਹੜੀ ਆਖਰੀ ਜਿਹੜੀ ਹੈ ਉਹ ਦੇਖਣ ਵਾਲੀ ਪਰਚੇਜ਼ਿੰਗ ਪਾਵਰ ਪੈਰਿਟੀ ਕੀ ਹੁੰਦੀ ਹੈ, ਕੀ ਤੁਲਨਾਤਮਕ ਖਰੀਦ ਸ਼ਕਤੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਹੋਰ ਗੱਲ ਸਪਸ਼ਟ ਹੁੰਦੀ ਹੈ ਕਿ ਇੱਕ
ਮੇਰੇ ਦੋਸਤ ਅਮਰੀਕਾ ਦੇ ਵਿੱਚ ਦੁਨੀਆ ਦੇ ਮੰਨੇ ਪਰਮੰਨੇ ਹਿਸਾਬਦਾਨ ਹੈ, ਮੈਥਮੈਟੀਸ਼ੀਅਨ। ਉਹ ਮਤਲਬ ਇੱਕ ਅਮਰੀਕਾ ਦੀ ਯੂਨੀਵਰਸਿਟੀ ਦੇ ਹੈਡ ਆਫ ਦੀ ਡਿਪਾਰਟਮੈਂਟ ਮੈਥਮੈਟਿਕਸ ਤੇ 6 ਮਹੀਨੇ ਉਹ ਦੂਜੀਆਂ ਸੰਸਾਰ ਦੀਆਂ ਉਹਨਾਂ ਨੂੰ ਯੂਨੀਵਰਸਿਟੀਆਂ ਬੁਲਾਉਂਦੀਆਂ ਨੇ ਲੈਕਚਰ ਦੇਣ ਹੈ ਜੀ। तो 6 महीने अमेरिका लेक्चर ने, 6 महीने दूजी सारे संसार जाते हैं। तो 6 महीने वो चाइना रहे जी। तो उन्होंने अपने स्टूडेंट्स भी समझाते सी भी की फर्क हुंदा है परचेजिंग पावर पैरिटी च। तो उन्होंने कहा कि मैं शंघाई दे विच सीगा ਜਿਹੜਾ ਸਾਰਿਆਂ ਤੋਂ ਵੱਡਾ ਚੀਨ ਦਾ ਸ਼ਹਿਰ ਹੈ ਤੇ ਕਹਿੰਦੇ ਕਿ ਮੈਂ ਲੰਘ ਰਿਹਾ ਸੀਗਾ ਤੇ ਉੱਥੇ ਨਾ ਬਹੁਤ ਵਧੀਆ ਮਤਲਬ ਖਾਣ ਨੂੰ ਮਿਲ ਰਿਹਾ ਸੀਗਾ, ਇਦਾਂ ਕਿ ਚੀਜ਼ਾਂ ਪਈਆਂ ਸੀਗੀਆਂ, ਤੁਸੀਂ ਦੱਸ ਵੀ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਉਂਗਲ ਕਰੀ ਜਾਓ, ਉਹ ਤੁਹਾਨੂੰ ਉਹ ਬਣਾ ਕੇ ਦੇ ਦੇਣਗੇ। ਤਾਂ ਕਹਿੰਦੇ ਵੀ ਇੰਨੀਆਂ ਵਧੀਆ ਚੀਜ਼ਾਂ ਸੀ, ਇੰਨੇ ਕੀਮਤੀ ਮੀਟ ਸਬਜ਼ੀਆਂ ਜੋ ਵੀ ਤੇ ਕਹਿੰਦੇ ਮੈਂ ਆ ਕੇ ਆ ਵੀ ਦੇ ਦਿਓ, ਆ ਵੀ ਦੇ ਦਿਓ, ਆ ਵੀ ਦੇ ਦਿਓ ਤੇ ਉਹਨਾਂ ਨੇ ਮੇਰੇ ਸਾਹਮਣੇ ਕਹਿੰਦੇ ਉਹਨੇ ਮੇਰਾ ਲੰਚ ਬਣਾਇਆ ਤੇ ਕਹਿੰਦੇ ਜਦੋਂ ਬਿੱਲ ਆਇਆ ਤਾਂ ਮੈਂ ਹੈਰਾਨ ਹੋ ਗਿਆ। ਕਹਿੰਦੇ $1 ਤੇ ਕਹਿੰਦੇ ਵੀ ਜੇ ਮੈਂ ਇਹੀ ਖਾਣਾ ਅਮਰੀਕਾ ਦੇ ਵਿੱਚ ਆਰਡਰ ਕਰਦਾ ਤਾਂ ਮੇਰਾ ਘੱਟੋ ਘੱਟ $100 ਲੱਗਣਾ ਸੀ। ਠੀਕ ਹੈ, ਇਹ ਜੀ ਸਰਵਿਸ ਵੀ ਇਹ ਜਿਹਾ ਵਧੀਆ ਖਾਣਾ ਫਿਰ ਤੁਹਾਡੇ ਲਈ ਕਸਟਮ ਬਣਾਇਆ ਜਾਵੇ ਤੇ ਅਮਰੀਕਾ 'ਚ $100 ਤੋਂ ਘੱਟ ਨਹੀਂ ਪਏਗਾ। ਉਹ ਆਖਰ ਅਮਰੀਕਾ ਰਹਿੰਦੇ ਨੇ, ਉਹਨਾਂ ਦਾ ਇੰਨਾ ਤਜਰਬਾ। ਤਾਂ ਕਹਿੰਦਾ ਵੀ ਇਹ ਹੈ ਪਰਚੇਜ਼ਿੰਗ ਪਾਵਰ ਦੇ ਵਿੱਚ ਫਰਕ। जो चाइना $1 च दे रहा अमरीका च उत्ते जाके $100 खर्चने पैंदे आ। तो इस करके आपां नूं मतलब इस चीज जिहड़ा सही जदों तुलना करनी आपां ते आपां पर कैपिटा इनकम जिहड़ा ये दलील दित्ती जांदी है भी पर कैपिटा इनकम उत्थे बहुत ज़्यादा हैगी है, तो वो सच्चाई दी कसवटी ते पूरी नहीं उतरदी। आखिर गल तां है ना भी उस जिन्नी तुहाडी इनकम है ਉਹਦੇ ਨਾਲ खरीद शक्ति तुहाडी की है, की खरीद सकदे ਉਹਦੇ ਨਾਲ। ਉਹੀ ਮਤਲਬ ਗੱਲ ਇਹ ਹੈ ਕਿ ਜਿਵੇਂ ਉਹਨਾਂ ਦੀ ਡਾਲਰਾਂ ਦੇ ਵਿੱਚ ਉਹ ਖਰੀਦਦਾਰੀ ਕਰਦੇ ਆ ਤੇ ਉਹ ਲਗਭਗ ਰੁਪਈਆਂ ਦੇ ਵਿੱਚ ਉਨੀ ਕੀ ਹੋ ਜਾਂਦੀ ਹੈ ਜਿੰਨਾ ਕਿ ਮਤਲਬ ਆਪਾਂ ਜੇ ਆਪਾਂ 1 ਲੀਟਰ ਉੱਥੇ ਪੈਟਰੋਲ ਪਾਉਨੇ ਆ ਤਾਂ ਮੇਰੇ ਖਿਆਲ $1.5 ਦਾ ਹੋਊਗਾ ਤੇ ਉਹ ਉਹਨੇ ਕਿ $100 ਦਾ ਲੀਟਰ ਇੱਥੇ ਮਿਲ ਰਿਹਾ ਤੇ $100 ਦਾ ਉੱਥੇ ਬਣਦਾ ਹੋਊਗਾ। ਡਾਲਰ ਉੱਥੇ ਕਮਾਣੇ ਆ ਤੇ ਖਰਚਣੇ ਆ ਕੇ ਪੰਜਾਬ 'ਚ, ਫਿਰ ਤਾਂ ਠੀਕ ਹੈ, ਫਿਰ ਤਾਂ ਤੁਸੀਂ ਮौज ਕਰ ਸਕਦੇ ਹੋ। ਤੇ ਜੇ ਡਾਲਰ ਉੱਥੇ ਕਮਾਣੇ ਤੇ ਡਾਲਰ ਹੀ ਖਰਚਣੇ ਆ ਫਿਰ ਤੁਸੀਂ ਉਹਦਾ ਨਾਲ ਮौज ਨਹੀਂ ਕਰ ਸਕਦੇ। ਫਿਰ ਉੱਥੇ ਜਾ ਕੇ ਸੱਚਾਈ ਤੁਹਾਨੂੰ ਬੜੀ ਮਤਲਬ ਦੂਜੀ ਤਰ੍ਹਾਂ ਸਮਝ ਆਏਗੀ, ਇਹਦੇ ਨਾਲ ਤਾਂ ਗੁਜ਼ਾਰਾ ਹੀ ਮਸਾ ਹੁੰਦਾ ਹੈ। ਔਰ ਇਹੀ ਅੱਜ ਲੋਕ ਬਹੁਤ ਸਾਰੇ ਮਹਿਸੂਸ ਕਰ ਰਹੇ। ਪਿਛਲੇ 25 ਸਾਲਾਂ ਦੇ ਵਿੱਚ ਜਿਹੜਾ ਮੇਰਾ ਕੈਨੇਡਾ ਦਾ ਤਜਰਬਾ ਹੈ ਕਿ ਪਹਿਲਾਂ ਜਿਹੜਾ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਸੀ ਕਿ 25 ਸਾਲ ਪਹਿਲਾਂ ਜਿਹੜਾ ਵੀ ਬੰਦਾ ਚਲਾ ਜਾਂਦਾ ਸੀਗਾ ਉਹ ਕਹਿੰਦਾ ਮੈਂ ਅੱਛਾ ਰਿਹਾ, ਮਤਲਬ ਤਕਰੀਬਨ, ਕਿਉਂਕਿ ਉੱਥੇ ਹਾਲੇ ਪਰਚੇਜ਼ਿੰਗ ਪਾਵਰ ਪੈਸੇ ਦੀ ਹੈਗੀ ਸੀਗੀ। ਹੁਣ ਉੱਥੇ ਪਰਚੇਜ਼ਿੰਗ ਪਾਵਰ ਪੈਸੇ ਦੀ ਬਚੀ ਹੀ ਨਹੀਂ ਹੈਗੀ। ਤਾਂ ਬਹੁਤ ਜਿਹੜੇ ਲੋਕ ਨੇ ਉਹ ਜਾ ਕੇ ਨਿਰਾਸ਼ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਡੀ ਬੜੀ ਵਧੀਆ ਲਾਈਫ ਹੋਏਗੀ। ਜਦੋਂ ਉੱਥੇ ਜਾ ਕੇ ਰਹਿਣਾ ਪੈਂਦਾ, ਖਰਚਣਾ ਪੈਂਦਾ, ਤਾਂ ਹੁਣ ਸਿਰਫ ਉਹੀ ਲੋਕ ਮਤਲਬ ਜਿਹੜੇ ਇੱਕ ਹੋਰ ਤੁਸੀਂ ਸ਼ਾਇਦ ਇਹ ਗੱਲ ਕਦੇ ਵੀ 25 ਸਾਲ ਪਹਿਲਾਂ ਅਸੀਂ ਸਾਡਾ ਕਦੇ ਜ਼ੁਬਾਨ ਤੇ ਆਈ ਨੇ ਸੁਣੀ ਵੀ ਨਹੀਂ ਸੀ ਕਿ ਜਿਹਨੂੰ ਅਸੀਂ ਕਹਿੰਦੇ ਰਿਵਰਸ ਮਾਈਗ੍ਰੇਸ਼ਨ। ਰਿਵਰਸ ਮਾਈਗ੍ਰੇਸ਼ਨ ਦਾ ਮਤਲਬ ਉਲਟਾ ਪ੍ਰਵਾਸ। ਹੁਣ ਇਹ ਗੱਲ ਮਤਲਬ ਲਗਾਤਾਰ ਸਾਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਕਿਤੇ ਹੋਰ ਮੇਨ ਮੁੱਖ ਧਾਰਾ ਮੀਡੀਆ ਨੂੰ ਸੁਣਨ ਨੂੰ ਮਿਲ ਰਹੀ ਹੈ ਵੀ ਇਦਾਂ ਦੀ ਵੀ ਕੋਈ ਚੀਜ਼ ਹੋ ਰਹੀ ਹੈ, ਰਿਵਰਸ ਮਾਈਗ੍ਰੇਸ਼ਨ ਦੀ ਸੰਭਾਵਨਾ ਬਣ ਰਹੀ ਹੈ। ਔਰ ਉਹਦਾ ਇਹੀ ਕਾਰਨ ਹੈ ਕਿ ਹੁਣ ਜਿਹੜੇ ਲੋਕ ਦੋ ਤਰ੍ਹਾਂ ਦੇ ਲੋਕ ਜਾ ਰਹੇ ਆ, ਇੱਕ ਤਾਂ ਜਿਨ੍ਹਾਂ ਕੋਲ ਪੰਜਾਬ ਦੇ ਵਿੱਚ ਜਿਹੜੇ ਕੋਈ ਆਮਦਨੀ ਦਾ ਨਾ ਸਾਧਨ ਹੈ ਨਾ ਉਹਨਾਂ ਨੂੰ ਉਮੀਦ ਹੈ ਵੀ ਸਾਡਾ ਕੋਈ ਇੱਥੇ ਚੰਗੀ ਆਮਦਨੀ ਦਾ ਸਾਧਨ ਬਣ ਸਕਦਾ ਹੈ। ਤੇ ਜੇ ਆਪਾਂ ਇਹ ਕਹੀਏ ਕਿ ਇਹ ਲੋਕ ਮਜਬੂਰੀ ਵਸ਼ ਜਾ ਰਹੇ ਆ, ਇੱਕ ਤਾਂ ਉਹ ਕੈਟਾਗਰੀ ਦੇ ਬੰਦੇ ਆ। ਇੱਕ ਲੋਕ ਉਹ ਨੇ ਜਿਹਨੇ ਚੰਗੀਆਂ ਭਲੀਆਂ ਇੱਥੇ ਉਹਨਾਂ ਕੋਲ ਮਤਲਬ ਆਮਦਨੀ ਦਾ ਸਾਧਨ ਹੈ। ਤੇ ਹੁਣ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਇਹ ਇਸ ਉਮੀਦ ਨਾਲ ਜਾ ਰਹੇ ਕਿ ਸਾਡੀ ਤੇ ਸਾਡੇ ਬੱਚਿਆਂ ਦੀ ਲਾਈਫ ਉੱਥੇ ਬੈਟਰ ਹੋਏਗੀ। ਹੁਣ ਇਹ ਲੋਕ ਜਾ ਕੇ ਨਿਰਾਸ਼ ਹੋ ਰਹੇ ਨੇ ਉੱਥੇ। ਠੀਕ ਹੈ, ਔਰ ਇਹਨਾਂ ਚੋਂ ਕਈ ਜਿਹੜੇ ਸੋਚਣ ਲੱਗ ਆਂਦੇ ਆ ਜਾਂ ਨਹੀਂ ਆਂਦੇ ਉਹ ਵੱਖਰੀ ਗੱਲ ਹੈ, ਲੇਕਿਨ ਸੋਚ ਰਹੇ ਨੇ ਔਰ ਕੁਝ ਆ ਵੀ ਰਹੇ ਨੇ ਕਿ ਆਪਾਂ ਯਾਰ ਇਹਦੇ ਨਾਲ ਚੰਗਾ ਸੀ ਵਾਪਸ ਚਲੇ ਜਾਈਏ। ਹੈ ਲੇਕਿਨ ਜਿਹੜੇ ਬੰਦਿਆਂ ਨੂੰ ਕੋਈ ਉਮੀਦ ਨਹੀਂ ਹੈ ਕਿ ਪੰਜਾਬ 'ਚ ਉਹਨਾਂ ਦਾ ਕੋਈ ਇੱਥੇ ਮਤਲਬ ਆਮਦਨੀ ਦਾ ਨਾ ਸਾਧਨ ਹੈ ਨਾ ਬਣਨਾ, ਉਹੀ ਲੋਕ ਹਾਲੇ ਮਤਲਬ ਥੋੜੀ ਦੇਰ ਹੋਰ ਰਹਿਣਗੇ। ਲੇਕਿਨ ਉਹਨਾਂ ਨੂੰ ਵੀ ਆਖੋ ਜਦੋਂ ਹਾਲਾਤ ਇਹ ਇੱਥੇ ਹੀ ਨਹੀਂ ਰੁਕਣੇ, ਮਤਲਬ ਤੁਲਨਾਤਮਕ ਤੌਰ ਤੇ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਹੈਗੀ ਕਿ ਪੂਰਬ ਦੀ ਚੜ੍ਹਤ ਔਰ ਪੱਛਮ ਦੀ ਜਿਹੜੀ ਤੁਲਨਾਤਮਕ ਤੌਰ ਤੇ ਹੋਰ ਨਿਗਾਰ ਹੋਣਾ ਹੈ, ਤਾਂ ਅਖੀਰ 'ਚ ਜਿਹੜੇ ਲੋਕ ਮਜਬੂਰੀ ਵਸ਼ ਵੀ ਜਾ ਰਹੇ ਉਹ ਵੀ ਕਹਿਣਗੇ ਵੀ ਇੱਥੇ ਜਾਣ ਦਾ ਕੋਈ ਫਾਇਦਾ ਨਹੀਂ। ਪਰ ਹਾਲ ਦੀ ਘੜੀ ਪਹਿਲੀ ਸਟੇਜ ਇਹ ਆਏਗੀ ਕਿ ਜਿਹੜੇ ਲੋਕਾਂ ਨੂੰ ਮਜਬੂਰੀ ਨਹੀਂ ਹੈਗੀ
ਉਹ ਜਿਨ੍ਹਾਂ ਦਾ ਇੱਥੇ ਮਤਲਬ ਸਾਧਨ ਹੈ ਉਹ ਪਹਿਲਾਂ ਤਾਂ ਜਾਣ ਲੱਗਿਆ 2-3 ਵਾਰੀ ਸੋਚਣਗੇ। ਜੇ ਚਲੇ ਵੀ ਜਾਣਗੇ ਲੋਕ ਤਾਂ ਉੱਥੇ ਜਾ ਕੇ ਕਹਿਣਗੇ ਯਾਰ ਅਸੀਂ ਮਾੜੇ ਰਹੇ। ਤਾਂ ਪਹਿਲੀ ਸਟੇਜ ਤਾਂ ਇਹ ਹੋਏਗੀ ਰਿਵਰਸ ਮਾਈਗ੍ਰੇਸ਼ਨ ਦੀ, ਤੇ ਦੂਸਰੀ ਜਿਉਂ ਹੋਰ ਹਾਲਾਤ ਉੱਥੇ ਮਾੜੇ ਹੋਣਗੇ ਤੇ ਫਿਰ ਜਿਹੜੇ ਲੋਕ ਮਜਬੂਰੀ ਵਸ਼ ਵੀ ਜਾ ਰਹੇ ਉਹਨੂੰ ਵੀ ਕਹਿਣੇ ਯਾਰ ਇੱਥੇ ਤਾਂ ਕੋਈ ਹੁਣੇ ਚੰਗਾ ਨਹੀਂ ਰਿਹਾ। ਠੀਕ ਹੈ ਡਾਕਟਰ ਸਾਹਿਬ, ਮਤਲਬ ਜਿਹੜੇ ਪੂਰਬ ਦੀ ਚੜ੍ਹਤ ਹੈ ਤੇ ਪੱਛਮ ਦਾ ਨਿਘਾਰ ਹੋ ਰਿਹਾ ਹੈ, ਉਸ ਦੇ ਹੋਰ ਪਹਿਲੂਆਂ ਦੇ ਉੱਤੇ ਵੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਹੁਣ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਣੇ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਪੂਰਬ ਕਿਵੇਂ ਮਜ਼ਬੂਤ ਹੋ ਰਿਹਾ ਹੈ, ਕਿਵੇਂ ਮਜ਼ਬੂਤ ਹੋ ਰਿਹਾ ਹੈ, ਇਸ ਬਾਰੇ ਆਪਾਂ ਕਾਫੀ ਗੱਲ ਕੀਤੀ ਹੈ। ਇਹਦੇ ਵਿੱਚ ਖਾਸ ਤੌਰ ਤੇ ਵਿਗਿਆਨ ਦੇ ਖੇਤਰ ਦੇ ਵਿੱਚ, ਆਰਥਿਕਤਾ ਦੇ ਖੇਤਰ ਦੇ ਵਿੱਚ ਜਿਹੜੀਆਂ ਪੂਰਬ ਦੀਆਂ ਸ਼ਕਤੀਆਂ ਨੇ ਜਾਂ ਪੂਰਬ ਦੇ ਮੁਲਕ ਨੇ ਉਹ ਲਗਾਤਾਰ ਆਪਣਾ ਜਿਹੜਾ ਆਰਥਿਕਤਾ ਨੂੰ ਆਪਣੀ ਨੂੰ ਮਜ਼ਬੂਤ ਕਰ ਰਹੇ ਨੇ, ਜਿਹੜੀ ਕਿ ਪੱਛਮੀ ਮੁਲਕਾਂ ਲਈ ਚੁਣੌਤੀ ਬਣਦੀ ਜਾ ਰਹੀ ਹੈ। ਇਸ ਚੁਣੌਤੀ ਦੇ ਨਾਲ ਨਾਲ ਪੂਰਬ ਦੇ ਵਿੱਚ ਜਿਹੜੀ ਫੌਜੀ ਤਾਕਤ ਹੈ ਉਹ ਵੀ ਬੜੀ ਮਜ਼ਬੂਤ ਹੋ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਿ ਪੂਰਬ ਦੇ ਵਿੱਚ ਰੂਸ ਤੇ ਚੀਨ ਦੋ ਵੱਡੀਆਂ ਤਾਕਤਾਂ ਨੇ। ਭਾਰਤ ਵੀ ਇੱਕ ਵੱਡੀ ਤਾਕਤ ਬਣ ਚੁੱਕੀ ਹੈ, ਤੇ ਇਸ ਬਾਰੇ ਵੀ ਜਾਣਕਾਰੀ ਦਿਓ ਡਾਕਟਰ ਸਾਹਿਬ ਵੀ ਜਿਹੜੀ ਖਾਸ ਤੌਰ ਤੇ ਰੂਸ ਹੈ ਉਹ ਪੱਛਮੀ ਮੁਲਕਾਂ ਵਾਸਤੇ, ਚੀਨ ਵੀ ਪੱਛਮੀ ਮੁਲਕਾਂ ਵਾਸਤੇ ਬੜੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਫੌਜੀ ਤਾਕਤ ਦੇ ਤੌਰ ਤੇ। ਤੁਸੀਂ ਇਹ ਜਿਹੜੀ ਗੱਲ ਬਹੁਤ ਵਧੀਆ ਜਿਹੜੀ ਮਸਲਾ ਲਿਆਂਦਾ ਹੈ ਕਿ ਸਿਰਫ ਗੱਲ ਆਰਥਿਕਤਾ ਦੀ ਨਹੀਂ ਹੈ, ਟੈਕਨੋਲੋਜੀ ਨਹੀਂ ਹੈ, ਮਤਲਬ ਵਿਗਿਆਨ ਦੀ ਨਹੀਂ ਹੈ, ਫੌਜੀ ਤਾਕਤ ਵੀ ਜਿਹੜੀ ਹੈਗੀ ਹੈ ਉਹ ਵੀ ਤੁਲਨਾਤਮਕ ਤੌਰ ਤੇ ਜਿਹੜੀ ਪੂਰਬ ਦੀ ਬਹੁਤ ਵੱਧ ਗਈ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਸ ਵੇਲੇ ਫੌਜੀ ਤੌਰ ਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਰੂਸ ਹੈ। ਇਹ ਮਤਲਬ ਉਹ ਇਹ ਸਾਬਤ ਕੀਤੀ ਗਈ ਹੈ, ਕਹਿਣ ਦੀ ਗੱਲ ਨਹੀਂ ਹੈਗੀ, ਸਾਬਤ ਹੋ ਗਈ ਹੈ। 31 ਦੇਸ਼ ਮਿਲ ਕੇ ਉਹ ਕੱਤੀਆਂ ਨੂੰ ਕੁੱਟ ਰਿਹਾ, ਉਹ ਮਤਲਬ ਰੂਸ ਨੂੰ ਕੁੱਟਣ ਦੀ ਬਜਾਏ ਰੂਸ ਕੱਤੀਆਂ ਨੂੰ ਕੁੱਟ ਰਿਹਾ। ਤੇ ਇਹ ਹੁਣ ਦਿਨੋਂ ਦਿਨ ਮਤਲਬ ਜਿਹੜੇ ਉਹ ਆਪਣਾ ਰੋਣਾ ਰੋ ਰਹੇ ਨੇ। ਔਰ ਤੁਸੀਂ ਇੱਕ ਬੜੀ ਜਿਹੜੀ ਵੱਖਰੀ ਗੱਲ ਇਹ ਹੋ ਰਹੀ ਹੈ ਕਿ ਪੱਛਮੀ ਦੇਸ਼ਾਂ ਦੇ ਵਿੱਚ ਹੀ ਜਿਹੜੇ ਹੈਗੇ ਇੱਕ ਬੜੇ ਮਤਭੇਦ ਉੱਭਰ ਰਹੇ ਨੇ ਕਿ ਯੂਰਪ ਦੇ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਮਤਲਬ ਇਹ ਕਹਿ ਰਹੇ ਨੇ ਕਿ ਦੇਖੋ ਜੀ ਕਿ ਦੇਖੋ ਅਮਰੀਕਾ ਨੇ ਸਾਨੂੰ ਫਸਾਤਾ, ਅਸੀਂ ਤਾਂ ਰੂਸ ਵੀ ਯੂਰਪ ਦਾ ਦੇਸ਼ ਹੈ, ਸਾਡਾ ਇਹਨਾਂ ਨਾਲ ਪੰਗਾ ਪਵਾਤਾ, ਮਤਲਬ ਅਸੀਂ ਹੁਣ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਾਂ ਜਦ ਰੂਸ ਨਾਲ ਦੁਸ਼ਮਣੀ ਲੈ ਕੇ ਆਏ। ਤਾਂ ਇੱਕ ਬੜੀ ਵੱਡੀ ਯੂਰਪ ਦੇ ਵਿੱਚ ਇਹ ਭਾਵਨਾ ਜਿਹੜੀ ਹੈ ਅਮਰੀਕਾ ਦੇ ਵਿਰੁੱਧ ਉੱਠ ਰਹੀ ਹੈ। ਲੇਕਿਨ ਅਮਰੀਕਾ ਦੇ ਵਿੱਚ ਅੱਗੋਂ ਜਿਹੜੀ ਹੈ ਅਮਰੀਕਾ ਦੇ ਵਿੱਚ ਹੀ ਜਿਹੜਾ ਹੈ ਜਿਹੜੀ ਰਿਪਬਲਿਕਨ ਪਾਰਟੀ ਹੈ ਜਿਹੜੀ ਹਾਂਜੀ ਹੁਣ ਉਹਦਾ ਮਤਲਬ ਹੁਣ ਪ੍ਰਧਾਨ ਦੀਆਂ ਚੋਣਾਂ ਦੀ ਉੱਥੇ ਉਹਦੇ ਲਈ ਤਿਆਰੀ ਹੋ ਰਹੀ ਹੈ। ਤਾਂ ਉੱਥੇ ਦੀ ਮੈਂ ਬਹਿਸ ਦੇਖੀ, ਹੁਣ ਉੱਥੇ ਵੀ ਜਿਹੜੇ ਉਹ ਰਿਪਬਲਿਕਨ ਕਹਿੰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਜਿਹੜਾ ਰੂਸ ਨਾਲ ਪੰਗਾ ਲੈ ਰਹੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਦੇਖੀਏ ਕਿ ਅਮਰੀਕਾ ਤੇ ਯੂਰਪ ਦੇ ਵਿੱਚ ਇਸ ਗੱਲ ਦੇ ਵਿੱਚ ਮਤਭੇਦ ਖੁੱਲ ਕੇ ਸਾਹਮਣੇ ਆ ਰਹੇ ਨੇ, ਦੂਸਰੇ ਪਾਸੇ ਅਮਰੀਕਾ ਦੇ ਵਿੱਚ ਖੁਦ ਹੀ ਜਿਹੜਾ ਹੈਗਾ ਉੱਥੇ ਵੀ ਮਤਭੇਦ ਬਣੇ ਵੀ ਅਸੀਂ ਗਲਤ ਪੰਗਾ ਲੈ ਲਿਆ ਰੂਸ ਨਾਲ। ਤਾਂ ਇਸ ਕਰਕੇ ਜਦੋਂ ਮਤਲਬ ਕੁੱਟ ਪੈਂਦੀ ਹੈ ਤੇ ਬੰਦਾ ਸੋਚਣ ਦੇ ਮਜਬੂਰ ਹੋ ਜਾਂਦਾ ਵੀ ਅਸੀਂ ਕੋਈ ਨਾ ਕੋਈ ਗਲਤ ਕਦਮ ਉਠਾ ਲਿਆ ਹੈਗਾ। ਤਾਂ ਇਹ ਜਿਹੜੀ ਚੀਜ਼ ਹੈਗੀ ਤਾਂ ਕਿ ਜਿਹੜੀ ਫੌਜੀ ਤਾਕਤ ਜਿਹੜੀ ਹੈਗੀ ਹੈ ਇਹਦਾ ਵੀ ਬੜਾ ਫਰਕ ਪੈਂਦਾ ਕਿਉਂਕਿ ਜੇ ਆਪਾਂ ਦੇਖਦੇ ਹਾਂ ਮਤਲਬ ਆਪਾਂ ਕਿ ਆਖਰ ਪੱਛਮੀ ਦੇਸ਼ਾਂ ਦੀ ਜਿਹੜੀ ਸੰਸਾਰ ਤੇ ਚੜ੍ਹਤ ਕਿਸ ਤਰ੍ਹਾਂ ਹੋਈ ਤਾਂ ਉਹਦੇ ਵਿੱਚ ਉਹਨਾਂ ਦੀ ਫੌਜੀ ਸ਼ਕਤੀ ਨੇ ਵੀ ਬੜਾ ਵੱਡਾ ਜਿਹੜੇ ਉਹ ਭੂਮਿਕਾ ਨਿਭਾਈ ਹੈ। ਸਾਡੇ ਪੰਜਾਬ ਨੂੰ ਫੌਜੀ ਤਾਕਤ ਨਾਲ ਹੀ ਸਾਨੂੰ ਗੁਲਾਮ ਬਣਾਇਆ ਗਿਆ। ਤਾਂ ਇਸ ਕਰਕੇ ਜਿਹੜਾ ਹੈਗਾ ਉਸ ਤੋਂ ਪਹਿਲਾਂ ਤੁਸੀਂ ਦੇਖੋ ਆਰਥਿਕ ਤੌਰ ਤੇ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਅੱਗੇ ਸੀਗੇ। 1849 ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਕਿਤੇ ਜ਼ਿਆਦਾ ਯੂਰਪ ਨਾਲੋਂ ਖੁਸ਼ਹਾਲ ਸੀਗਾ। ਅਸੀਂ ਕਿਸੇ ਵੀ ਪੱਛਮੀ ਦੇਸ਼ ਸਾਡੇ ਕੋਈ ਨੇੜੇ ਤੇੜੇ ਵੀ ਨਹੀਂ ਸੀ ਹਾਂਜੀ, ਉੱਥੋਂ ਤਾਂ ਸਾਰੇ ਲੋਕ ਇੱਥੇ ਆਉਂਦੇ ਸੀਗੇ। ਤਾਂ ਜਿਹੜਾ ਪ੍ਰਵਾਸ ਪੰਜਾਬ ਚੋਂ ਸ਼ੁਰੂ ਹੋਇਆ ਇਹ ਮਤਲਬ ਸਾਡੀ ਗੁਲਾਮੀ ਚੋਂ ਸ਼ੁਰੂ ਹੋਇਆ। 1849 ਤੱਕ ਕੋਈ ਵੀ ਪੰਜਾਬ ਛੱਡ ਕੇ ਬਾਹਰ ਨਹੀਂ ਜਾਂਦਾ ਸੀਗਾ, ਸਗੋਂ ਬਾਹਰਲੇ ਲੋਕ ਇੱਥੇ ਆ ਰਹੇ ਸੀਗੇ। ਤਾਂ ਇਹ ਪ੍ਰਵਾਸ ਦਾ ਜਿਹੜਾ ਵਰਤਾਰਾ ਹੈ ਇਹ ਨਿਕਲੇ ਗੁਲਾਮੀ ਚੋਂ ਹੈ ਹਾਂਜੀ। ਤੇ ਹੁਣ ਜਿਹੜਾ ਹੈਗਾ ਹੁਣ ਗੱਲ ਇਹ ਹੁੰਦੀ ਹੈ ਕਿ ਇੱਕ ਮਤਲਬ ਜਿਹੜੀ ਸੱਚਾਈ ਹੁੰਦੀ ਹੈ, ਇੱਕ ਸੱਚਾਈ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਹਾਂਜੀ, ਪਰਸੈਪਸ਼ਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਹਾਂਜੀ। ਹੁਣ ਜਿਹੜਾ ਸੱਚਾਈ ਤਾਂ ਬਦਲ ਰਹੀ ਹੈ, ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ 2 ਸਦੀਆਂ ਪਹਿਲਾਂ ਜਦੋਂ ਪੱਛਮ ਨੇ ਸਾਨੂੰ ਗੁਲਾਮ ਬਣਾਇਆ ਤਾਂ ਉਹ ਤਕੜੇ ਸੀਗੇ ਸਾਡੇ ਨਾਲੋਂ, ਫੌਜੀ ਤੌਰ ਤੇ ਵੀ ਤਕੜੇ ਸੀ, ਵਿਗਿਆਨਿਕ ਤੌਰ ਤੇ, ਟੈਕਨੋਲੋਜੀ ਤੌਰ ਤੇ, ਹਰ ਪੱਖੋਂ ਸਾਡੇ ਨਾਲੋਂ ਤਕੜੇ ਸੀ, ਤਾਂ ਹੀ ਸਾਨੂੰ ਗੁਲਾਮ ਬਣਾ ਲਿਆ ਨਾ ਜੀ। ਲੇਕਿਨ ਹੁਣ ਉਹਨਾਂ ਦੀ ਉਹ ਜਿਹੜੀ
ਅੱਗੇ ਤਾਕਤ ਸੀ ਉਹ ਖਤਮ ਹੋ ਰਹੀ ਹਰ ਖੇਤਰ 'ਚ, ਫੌਜੀ ਤੌਰ ਤੇ ਕਮਜ਼ੋਰ ਹੋ ਗਏ, ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਗਏ, ਉਹ ਮਤਲਬ ਜਿਹੜੇ ਹੈਗੇ ਵਿਗਿਆਨਕ ਔਰ ਟੈਕਨੋਲੋਜੀ ਪਿੱਛੇ ਰਹਿ ਗਏ ਹੈ। ਤਾਂ ਲੇਕਿਨ ਜਿਹੜਾ ਉਹ ਪ੍ਰਭਾਵ ਸਾਡੇ ਤੇ ਬਣਿਆ ਹੋਇਆ, ਦਬਦਬਾ ਜਿਹੜਾ ਸਾਡੇ ਮਨ ਤੇ ਬਣਿਆ ਹੋਇਆ, ਉਹ ਹਾਲੇ ਨਹੀਂ ਖਤਮ ਹੋ ਰਿਹਾ। ਹਾਲੇ ਵੀ ਅਸੀਂ ਜਿਹੜਾ ਹੈਗਾ ਸੱਚ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਔਰ ਇਹ ਇੱਕ ਦੁਖਾਂਤ ਹੁੰਦਾ ਗੁਲਾਮ ਮਾਨਸਿਕਤਾ ਦਾ। ਠੀਕ ਹੈ ਕਿ ਜਦੋਂ ਬੰਦਾ ਜਿੱਦਾਂ ਇੱਕ ਕਈ ਵਾਰੀ ਕਹਿੰਦੇ ਨਾ ਆਪਾਂ, ਤੋਤਾ ਜਿਹੜਾ ਹੈ ਪੰਛੀ ਹੈਗਾ, ਜਿਹਨੂੰ ਤੁਸੀਂ ਪਿੰਜਰੇ 'ਚ ਬੰਦ ਰੱਖੀ ਰੱਖੋ, ਫਿਰ ਇੱਕ ਦਿਨ ਪਿੰਜਰਾ ਖੋਲ ਦਿਓ ਤੇ ਉਹ ਫਿਰ ਵੀ ਉਹ ਉੱਡ ਕੇ ਬਾਹਰ ਨਹੀਂ ਜਾਂਦਾ, ਕਿਉਂਕਿ ਉਹਦੀ ਜਿਹੜੀ ਮਾਨਸਿਕਤਾ ਜਿਹੜੀ ਆ ਉਹ ਇਹੋ ਜਿਹੀ ਗੁਲਾਮ ਹੋ ਜਾਂਦੀ ਹੈ ਕਿ ਉਹ ਉਹਨੂੰ ਐਕਸੈਪਟ ਕਰ ਲੈਂਦਾ, ਸਵੀਕਾਰ ਹੀ ਕਰ ਲੈਂਦਾ ਕਿ ਉਹ ਸਾਡੀ ਹਾਲਤ ਉਹ ਹੋਈ ਹੈ। ਕਿ ਹਾਲੇ ਕਿ ਸਾਰੇ ਅੰਕੜੇ ਤੁਸੀਂ ਅੱਜ ਰੱਖੇ ਨੇ ਜਿੰਨੇ, ਚਾਹੇ ਤੁਸੀਂ ਆਰਥਿਕ ਰੱਖੇ ਨੇ, ਚਾਹੇ ਫੌਜੀ ਤੇ ਚਾਹੇ ਵਿਗਿਆਨਕ, ਕਿ ਆਪਾਂ ਚੰਦਰਾਇਨ ਦੀ ਗੱਲ ਕੀਤੀ, ਪਰ ਕਿਸੇ ਵੀ ਟੈਕਨੋਲੋਜੀ ਤੁਸੀਂ ਦੇਖ ਲਓ ਕਿ ਟੈਕਨੋਲੋਜੀ ਦੇ ਵਿੱਚ ਜਿਹੜੀ ਹੈਗੀ ਹੈ, ਜਿਹਦੇ ਵਿੱਚ ਅੱਜ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜੀ, ਉਹਦੇ ਵਿੱਚ ਚੀਨ ਸਾਰਿਆਂ ਨਾਲੋਂ ਅੱਗੇ ਹੈ ਜੀ। ਆਰਟੀਫਿਸ਼ੀਅਲ ਜਾਂ ਰੋਬੋਟਿਕ ਟੈਕਨੋਲੋਜੀ ਹੈ, ਉਹ ਨਵੀਂ ਟੈਕਨੋਲੋਜੀ ਹੈ। ਜਾਂ ਤੀਜੀ ਚੀਜ਼ ਜਿਹੜੀ ਸਭ ਤੋਂ ਅਲਟਰਾ ਮਾਡਰਨ ਹੈਗੀ ਉਹ ਲੇਜ਼ਰ ਦੀ ਹੈ। ਠੀਕ ਹੈ। ਤਾਂ ਉਹਦੇ 'ਚ ਵੀ ਚੀਨ ਸਾਰਿਆਂ ਤੋਂ ਅੱਗੇ ਹੈ। ਤਾਂ ਪੂਰਬੀ ਦੇਸ਼ ਜਿਹੜੇ ਨੇ ਟੈਕਨੋਲੋਜੀ 'ਚ ਬਹੁਤ ਅੱਗੇ ਲੰਘ ਚੁੱਕੇ ਨੇ। ਇੱਕ ਡਾਕਟਰ ਸਾਹਿਬ ਮੈਨੂੰ ਇੱਕ ਹੋਰ ਦੱਸਿਓ, ਜਦੋਂ ਹੁਣ ਆਪਾਂ ਫੌਜੀ ਤਾਕਤ ਦੀ ਗੱਲ ਕਰਦੇ ਹਾਂ ਤੇ ਤੁਸੀਂ ਇਹ ਗੱਲ ਦੱਸੀ ਹੈ ਕਿ ਰੂਸ ਇਸ ਸਮੇਂ ਪੂਰਬ ਦੇ ਵਿੱਚ ਬਹੁਤ ਹੀ ਮਜ਼ਬੂਤ ਫੌਜੀ ਤਾਕਤ ਬਣੀ ਹੋਈ ਹੈ, ਜਿਸ ਨੇ ਕਿ ਅਮਰੀਕਾ ਦੀ ਅਗਵਾਈ 'ਚ ਜਿਹੜਾ ਨਾਟੋ ਹੈ ਉਸ ਨੂੰ ਵੱਡੀ ਚੁਣੌਤੀ ਦਿੱਤੀ ਹੋਈ ਹੈ। ਚੀਨ ਵੀ ਇੱਕ ਵੱਡੀ ਤਾਕਤ ਬਣਿਆ ਹੋਇਆ ਹੈ। ਜਦੋਂ ਭਾਰਤ ਦੀ ਗੱਲ ਚੱਲਦੀ ਹੈ ਤੇ ਭਾਰਤ ਜਿਹੜਾ ਹੈ, ਜਦੋਂ ਫੌਜੀ ਜਿਹੜੇ ਗਠਬੰਧਨ ਬਣਦੇ ਨੇ ਜਾਂ ਉਹਦੇ ਵਿੱਚ ਫਿਰ ਉਹ ਪੱਛਮ ਵੱਲ ਕਿਉਂ ਜਾਂਦਾ ਹੈ? ਇਹ ਤਾਂ ਮੈਂ ਕਹਿ ਰਿਹਾ ਜੀ ਕਿ ਮੈਨੂੰ ਜਿਹੜੀ ਸਮਝ ਆਈ ਹੈ ਨਾ ਜੀ ਗੱਲ, ਉਹ ਹੈਗੀ ਕਿ ਸਾਡੀ ਜਿਹੜੀ ਗੁਲਾਮੀ ਤਾਂ ਖਤਮ ਹੋ ਗਈ, ਲੇਕਿਨ ਗੁਲਾਮ ਮਾਨਸਿਕਤਾ ਖਤਮ ਨਹੀਂ ਹੋਈ। ਇਹ ਜਿਹੜਾ ਪੱਛਮ ਵੱਲ ਭਾਰਤ ਦਾ ਜਿਹੜਾ ਝੁਕਾਅ ਹੈਗਾ, ਉਹ ਇੱਕ ਸਾਡੀ ਜਿਹੜੀ ਉਹ ਗੁਲਾਮ ਮਾਨਸਿਕਤਾ ਜਿਹੜੀ ਬਣ ਚੁੱਕੀ ਹੈ, ਉਹਦੇ ਤੋਂ ਅਸੀਂ ਮੁਕਤ ਨਹੀਂ ਹੋ ਰਹੇ। ਠੀਕ ਹੈ। ਫਿਜ਼ੀਕਲੀ ਜਿਸਮਾਨੀ ਤੌਰ ਤੇ ਤਾਂ ਅਸੀਂ ਗੁਲਾਮੀ ਤੋਂ ਮੁਕਤ ਹੋ ਗਏ, ਲੇਕਿਨ ਸਾਡੀ ਮਾਨਸਿਕ ਗੁਲਾਮੀ ਅੱਜ ਵੀ ਕਾਇਮ ਹੈ। ਔਰ ਉਹਦੇ ਵਿੱਚ ਵੀ ਜਿਹੜੀ ਸਭ ਤੋਂ ਜਿਹੜਾ ਵੱਡੀ ਭੂਮਿਕਾ ਜਿਹੜੀ ਹੈ ਉਹ ਸਾਡਾ ਬੁੱਧਜੀਵੀ ਵਰਗ ਨਿਭਾਉਂਦਾ ਹੈ ਜੀ। ਕਿ ਸਾਡਾ ਜਿਹੜਾ, ਮੈਂ ਤਾਂ ਸਾਰੀ ਦੁਨੀਆ ਲਗਭਗ ਸਾਰੀ ਦੁਨੀਆ ਘੁੰਮਿਆ ਜੀ। ਇਹ ਮੇਰਾ ਨਿੱਜੀ ਤਜਰਬਾ ਹੈ ਕਿ ਜਿੰਨੀ ਪੱਛਮ ਪ੍ਰਤੀ ਗੁਲਾਮ ਮਾਨਸਿਕਤਾ ਮੈਂ ਮਤਲਬ ਭਾਰਤ ਵਿੱਚ ਜਾਂ ਖਾਸ ਕਰਕੇ ਪੰਜਾਬ 'ਚ ਦੇਖੀ ਹੈ, ਤੁਸੀਂ ਹੋਰ ਕਿਸੇ ਸੰਸਾਰ ਦੇ ਖਿੱਤੇ 'ਚ ਨਹੀਂ ਤੁਹਾਨੂੰ ਇਹ ਜਿਹੀ ਦੇਖਣ ਨੂੰ ਮਿਲਦੀ। ਤੁਸੀਂ ਮਤਲਬ ਅਫਰੀਕਾ ਚਲੇ ਜਾਓ, ਲੋਕਾਂ ਨਾਲ ਮੈਂ ਅਫਰੀਕਾ ਜਾਂ ਯੂਰਪ ਜਾ ਕੇ ਗੱਲ ਕੀਤੀ ਹੈ, ਹੋਰ ਏਸ਼ੀਆ ਦੇ ਮੁਲਕਾਂ ਜਾ ਕੇ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਭਾਰਤ ਸਾਡੇ ਵਰਗੀ ਮਾਨਸਿਕਤਾ ਉਹਨਾਂ 'ਚ ਨਹੀਂ ਦੇਖਣ ਨੂੰ ਮਿਲਦੀ ਜੀ। ਤੋ ਇਹਦਾ ਇੱਕੋ ਹੀ ਦੁਖਾਂਤ ਹੈ ਸਾਡਾ, ਜਿਹੜਾ ਮੈਨੂੰ ਨਜ਼ਰ ਆ ਰਿਹਾ ਕਿ ਅਸੀਂ ਜਿਹੜਾ ਹੈਗਾ ਉਸ ਗੁਲਾਮ ਮਾਨਸਿਕਤਾ ਤੋਂ ਮੁਕਤ ਨਹੀਂ ਹੋਏ। ਔਰ ਉਹਦੇ ਜਿਹੜੀ ਸਭ ਤੋਂ ਵੱਡੀ ਭੂਮਿਕਾ ਹੋਣੀ ਚਾਹੀਦੀ ਹੈ ਉਹ ਬੁੱਧਜੀਵੀ ਵਰਗ। ਅੱਜ ਤੁਸੀਂ ਦੇਖੋ, ਤੁਸੀਂ ਅੱਜ ਦਲੀਲ ਦੇ ਨਾਲ, ਤੁਸੀਂ ਅੰਕੜਿਆਂ ਦੇ ਨਾਲ ਤੁਸੀਂ ਇਹ ਸਾਬਤ ਕੀਤਾ ਹੈਗਾ ਕਿ ਕਿਸ ਤਰ੍ਹਾਂ ਪੂਰਬ ਜਿਹੜਾ ਹੈਗਾ ਉਹਦਾ ਉਭਾਰ ਹੋ ਰਿਹਾ। ਲੇਕਿਨ ਕਿਉਂ ਨਹੀਂ ਅਸੀਂ ਜਿਹੜਾ ਇਸ ਚੀਜ਼ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ? ਜਦ ਅੰਕੜੇ ਨੇ ਮਤਲਬ ਆਪਾਂ ਅੰਗਰੇਜ਼ੀ ਨੂੰ ਹਾਰਡ ਫੈਕਟਸ ਕਹਿੰਦੇ ਆ, ਤੇ ਕਿਹੜੀ ਚੀਜ਼ ਸਾਨੂੰ ਰੋਕ ਰਹੀ ਹੈ? ਇਹ ਮਤਲਬ ਜਿਹੜਾ ਅਸੀਂ ਕਹਿੰਦੇ ਹਾਂ ਸਭ ਕੁਝ ਹੈ, ਲੇਕਿਨ ਫਿਰ ਵੀ ਯਾਰ ਪੱਛਮ ਤੇ ਪੱਛਮ ਹੀ ਹੈ ਯਾਰ, ਅਸਲ ਤਾਂ ਲਾਈਵ ਉੱਥੇ ਹੀ ਹੈ, ਅਸਲ ਤਾਂ ਮੌਜਾਂ ਉੱਥੇ ਹੀ ਹੈ। ਮਤਲਬ ਇਹ ਚੀਜ਼ ਤੋਂ ਅਸੀਂ ਮੁਕਤ ਨਹੀਂ ਹੋ ਸਕੇ। ਇਹ ਕਿਹਦਾ ਕੰਮ ਸੀਗਾ? ਇਹ ਕਿਹਦਾ ਕੰਮ ਸੀ? ਸਾਡੇ ਬੁੱਧਜੀਵੀ ਵਰਗ ਦਾ, ਬੌਧਿਕ ਵਰਗ ਦਾ ਇਹ ਕੰਮ ਸੀ ਕਿ ਉਹ ਦੁਨੀਆ ਨੂੰ ਕਹਿੰਦਾ ਭਾਈ ਦੁਨੀਆ ਬਦਲ ਗਈ ਹੈ, ਦੁਨੀਆ ਬਦਲ ਰਹੀ ਹੈ। ਇਹ ਲੋਕਾਂ ਨੂੰ ਮਤਲਬ ਜਾਗਰਤੀ ਲਿਆਣਾ ਬੁੱਧਜੀਵੀਆਂ ਦਾ ਫਰਜ਼ ਹੈ। ਔਰ ਆ ਜੋ ਤੁਸੀਂ ਕਰ ਰਹੇ ਹੋ, ਇਹੀ ਅਸਲ ਦੇ ਵਿੱਚ ਇਹ ਜੋ ਤੁਸੀਂ ਕਰ ਰਹੇ ਹੋ ਬੁੱਧਜੀਵੀਆਂ ਦਾ ਨੈਤਿਕ ਫਰਜ਼ ਹੈ ਕਿ ਅਸੀਂ ਜਿਹੜੇ ਚਾਹੇ ਅਸੀਂ ਪੱਤਰਕਾਰ ਹਾਂ, ਚਾਹੇ ਮੀਡੀਆ ਦੇ ਬੰਦੇ ਆ, ਤਾਂ ਅਸੀਂ ਲੋਕਾਂ ਦੇ ਵਿੱਚ ਜਾਗਰਤੀ ਲਿਆਣੀ ਹੈ, ਅਸੀਂ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਉਣਾ ਹੈ ਜੀ। ਹਾਂਜੀ, ਤੇ ਜੇ ਅਸੀਂ ਨਹੀਂ ਕਰ ਰਹੇ ਤੇ ਇਹਦਾ ਮਤਲਬ ਅਸੀਂ ਆਪਣਾ ਨੈਤਿਕ ਫਰਜ਼ ਨਹੀਂ ਨਿਭਾ ਰਹੇ। ਹਾਂਜੀ, ਤਾਂ ਕਿਤੇ ਨਾ ਕਿਤੇ ਜਿੱਦਾਂ ਤੁਹਾਡਾ ਜਿਹੜਾ ਸਵਾਲ ਹੈ ਕਿਉਂ ਨਹੀਂ ਲੋਕ ਇਹ ਮੰਨ ਰਹੇ, ਜਦ ਕਿ ਅੰਕੜੇ ਸਾਰੇ ਸਾਡੇ ਸਾਹਮਣੇ ਪਏ ਆ, ਪਰ ਅਸੀਂ ਦੇਖ ਕੇ ਵੀ ਅਣਡਿੱਠ ਕਰ ਰਹੇ ਹਾਂ ਜੀ। ਹੁਣ ਇਹਦੇ ਇੰਨੀ ਮਤਲਬ ਜਿਵੇਂ ਤੁਸੀਂ ਕਿਹਾ ਕਿ ਮਤਲਬ ਰੂਸ ਜਿਹੜਾ 31 ਦੇਸ਼ਾਂ ਨੂੰ ਕੁੱਟ ਰਿਹਾ ਇੱਕ ਮੁਲਕ ਕਹਿੰਦੇ, ਤੇ ਫਿਰ ਵੀ ਅਸੀਂ ਨਹੀਂ ਕਹਿੰਦੇ ਜੀ ਨਹੀਂ ਉਹ ਮੁਲਕ ਬਹੁਤ ਤਕੜਿਆ ਜੀ। ਉਹ ਤਾਂ ਜੀ ਉਹ ਕਹਿਣਗੇ ਐਵੇਂ
ਉਹ ਮਤਲਬ ਐਵੇਂ ਰੂਸ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਹੱਦ ਹੋ ਗਈ ਯਾਰ, ਜੇ ਉਹ ਖਤਮ ਕਰਨਾ ਤੇ ਇੱਕ ਸਕਿੰਟ ਨਾ ਲਾਣ, ਉਹ ਖਤਮ ਕਰ ਨਹੀਂ ਸਕਦੇ ਤਾਂ ਨਹੀਂ ਖਤਮ ਕਰ ਰਹੇ, ਇਸ ਕਰਕੇ ਤਾਂ ਨਹੀਂ ਜੀ ਉਹਨਾਂ ਕੋਲ ਚੋਇਸ ਹੈਗੀ। ਮਤਲਬ ਉਹ ਕੁੱਟ ਰਿਹਾ ਉਹਨਾਂ ਨੂੰ ਜੀ ਜੀ, ਤੇ ਉਹਨਾਂ ਨੂੰ ਕੁੱਟ ਖਾਣੀ ਪੈ ਰਹੀ ਹੈ। ਠੀਕ ਹੈ, ਲੇਕਿਨ ਆਪਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ। ਕੋਈ ਤਾਂ ਗੱਲ ਹੈ ਕਿ ਇੱਕ ਦੇਸ਼ ਹੈ ਉਹ 31 ਦੇਸ਼ਾਂ ਨੂੰ ਕੁੱਟ ਰਿਹਾ, ਫਿਰ ਆਪਾਂ ਕਹਿੰਦੇ ਜੀ ਮਤਲਬ ਪਰ ਕੈਪੀਟਾ ਇਨਕਮ ਦਾ ਸਾਰਾ ਕੁਝ ਹੁੰਦਾ ਹੈ। ਹੁਣ ਤੁਸੀਂ ਜੇ ਰੂਸ ਦੀ ਪਰ ਕੈਪੀਟਾ ਇਨਕਮ ਦੇਖੋ ਤਾਂ ਜਿਹੜੇ 31 ਦੇਸ਼ ਉਹਦੇ ਖਿਲਾਫ ਲੜ ਰਹੇ ਨੇ ਜੀ ਜੀ, ਉਹਨਾਂ ਦੀ ਦੇਖੋ ਤਾਂ ਕਈ ਗੁਣਾ ਜ਼ਿਆਦਾ ਉਹਨਾਂ ਦੀ ਪਰ ਕੈਪੀਟਾ ਇਨਕਮ ਹੈ ਰੂਸ ਨਾਲੋਂ। ਤੇ ਲੇਕਿਨ ਉਹਨਾਂ ਅਖੀਰ ਚ ਕੀ ਹੋ ਰਿਹਾ ਕਿ ਜਿਹੜੇ ਹਥਿਆਰ ਨੇ, ਜਿਹੜੇ ਹੁਣ ਦੇਖੋ ਲੜਾਈ ਦੇ ਵਿੱਚ ਹਥਿਆਰ ਬਹੁਤ ਵਰਤਿਆ ਜਾ ਰਿਹਾ। ਹੁਣ ਹੋ ਕੀ ਰਿਹਾ ਕਿ 31 ਦੇਸ਼ ਮਿਲ ਕੇ ਉਹ ਹਥਿਆਰ ਜਿਹੜਾ ਉਹਨਾਂ ਦਾ ਉੱਥੇ ਲੱਗ ਰਿਹਾ ਜਾਂ ਉਹ ਮਤਲਬ ਜਿਹੜਾ ਜਾਇਆ ਹੋ ਰਿਹਾ ਉਹਦੀ ਰਿਪਲੇਸਮੈਂਟ ਨਹੀਂ ਕਰ ਰਹੇ, ਉਹ ਉਹਨਾਂ ਦੀ ਇੰਨੀ ਸ਼ਕਤੀ ਨਹੀਂ ਹੈ। ਹਾਲਾਂਕਿ ਇੰਨੀ ਪਰ ਕੈਪੀਟਾ ਇਨਕਮ ਹੈ ਉਹਨਾਂ ਦੀ, ਲੇਕਿਨ ਰੂਸ ਨੇ ਕੀ ਕੀਤਾ ਕਿ ਨਾ ਸਿਰਫ ਉਹ ਹਥਿਆਰ ਜਿਹੜੇ ਨੇ ਰਿਪਲੇਸ ਕਰ ਰਿਹਾ ਬਲਕਿ ਉਸ ਤੋਂ ਅੱਛੇ ਬਣਾ ਰਿਹਾ ਨਾਲ ਦੇ ਨਾਲ। ਔਰ ਅੱਜ ਰੂਸ ਦੇ ਵਿੱਚ ਹਥਿਆਰਾਂ ਦੀ ਪ੍ਰੋਡਕਸ਼ਨ ਹੈ, ਲੜਾਈ ਦੇ ਵਿੱਚ ਰੂਸ ਜਿੰਨੇ ਹਥਿਆਰ ਇੱਕ ਸਾਲ ਚ ਬਣਾਉਂਦਾ ਸੀਗਾ ਉਹਨੇ ਇੱਕ ਮਹੀਨੇ ਚ ਬਣਾ ਰਿਹਾ। ਜੀ ਜੀ, ਤੁਸੀਂ ਦੇਖ ਲਓ ਹੁਣ ਪੱਛਮੀ ਦੇਸ਼ ਕਿਉਂ ਨਹੀਂ ਕਰ ਸਕਦੇ ਜਦ ਕਿ ਉਹਨਾਂ ਦੇ ਇੰਨੇ, ਆਪਾਂ ਕਹਿੰਦੇ ਜੀ ਉੱਥੇ ਤਾਂ ਬੜੇ ਅਮੀਰ ਨੇ, ਉਹਨਾਂ ਦਾ ਪਰ ਕੈਪੀਟਾ, ਰੂਸ ਤਾਂ ਗਰੀਬ ਹੈ ਉਹਨਾਂ ਦੇ ਮੁਕਾਬਲੇ ਜੇ ਆਪਾਂ ਪਰ ਕੈਪੀਟਾ ਦੇਖੀਏ, ਲੇਕਿਨ ਉਹ ਬਣਾ ਰਿਹਾ ਇੰਨੇ ਵਧੀਆ ਹਥਿਆਰ, ਬਲਕਿ ਅੱਗੇ ਨਾਲੋਂ ਬੈਟਰ ਬਣਾ ਰਿਹਾ ਔਰ ਜ਼ਿਆਦਾ ਬਣਾ ਰਿਹਾ, ਤੇ ਉਹਨਾਂ ਕੋਲ ਉਹਨੇ ਵੀ ਨਹੀਂ ਬਣ ਰਹੇ। ਤੇ ਇਹਦਾ ਮਤਲਬ ਜਿਹੜੀ ਸਾਡਾ ਇਹ ਸਿਧਾਂਤ ਹੈ ਜਿਹੜਾ ਸਮਝਦੇ ਸਾਰਾ ਕੁਝ ਪਰ ਕੈਪੀਟਾ ਇਨਕਮ ਹੀ ਹੁੰਦੀ ਹੈ, ਉਹ ਨਹੀਂ ਹੁੰਦੀ। ਆਪਣੇ ਸਾਹਮਣੇ ਆਏ ਗੱਲ। ਇੱਕ ਅਖੀਰਲਾ ਸਵਾਲ ਡਾਕਟਰ ਸਾਹਿਬ ਇਹ ਹੈ ਕਿ ਜਿਹੜੀ ਯੂਕਰੇਨ ਤੇ ਰੂਸ ਦੀ ਆਪਸ ਦੇ ਵਿੱਚ ਲੜਾਈ ਲੱਗੀ ਹੈ, ਇਹ ਰੁਕਣ ਦਾ ਨਾਂ ਨਹੀਂ ਲੈ ਰਹੀ। ਜੇ ਇਹ ਲੜਾਈ ਨਹੀਂ ਰੁਕਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਾਰ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਊਗਾ? ਦੇਖੋ ਜੀ, ਇੱਕ ਤਾਂ ਗੱਲ ਹੈ ਕਿ ਆਪਾਂ ਮਤਲਬ ਸਿੱਖ ਹੋਣ ਦੇ ਨਾਤੇ, ਆਪਾਂ ਮਤਲਬ ਇੱਕ ਅੱਛੇ ਇਨਸਾਨ ਹੋਣ ਦੇ ਨਾਤੇ ਅਸੀਂ ਤਾਂ ਇਹੀ ਚਾਹਾਂਗੇ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਪ੍ਰਮਾਤਮਾ ਨੂੰ ਇਹ ਅਰਦਾਸ ਕਰੀਏ ਕਿ ਜਗ ਦਿਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਹਰ। ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਹੋ ਸਕਦਾ ਵੀ ਇਹ ਸੰਸਾਰ ਬਚ ਜਾਏ। ਲੇਕਿਨ ਇੱਕ ਖਤਰਾ ਤਾਂ ਹੈ, ਜਿੱਦਾਂ ਚ ਲੜਾਈ, ਦੇਖੋ ਲੜਾਈ ਆਪਾਂ ਅਕਸਰ ਦੋ ਬੰਦਿਆਂ ਦੀ ਲੜਾਈ, ਤੁਸੀਂ ਮਤਲਬ ਇੱਕ ਦੇਸ਼ਾਂ ਦੀ ਲੜਾਈ ਛੱਡੋ, ਦੋ ਬੰਦਿਆਂ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ। ਤੇ ਕਈ ਵਾਰੀ ਤੁਸੀਂ ਵੀ ਇਹ ਸੁਣਿਆ ਹੋਏਗਾ ਬੰਦਾ ਕਿ ਲੜਾਈ ਤੁਸੀਂ ਇੰਨੀ ਵਧਾਉਣਾ ਨਹੀਂ ਚਾਹੁੰਦੇ ਸੀਗੇ ਇਸ ਹੱਦ ਤੱਕ, ਉਹ ਕਹਿੰਦਾ ਯਾਰ ਪਤਾ ਨਹੀਂ ਕਿ ਅਸੀਂ ਗੱਲ ਤਾਂ ਛੋਟੀ ਜਿਹੀ ਸੀ, ਐਵੇਂ ਮਤਲਬ ਆਰਗੂਮੈਂਟ ਜਿਹਾ ਹੋ ਗਿਆ ਤੇ ਮਾਰਨ ਤੱਕ ਗੱਲ ਪਹੁੰਚ ਗਈ। ਤਾਂ ਬੰਦਾ ਜਿੰਨੀ ਲੜਾਈ ਸੋਚਦਾ ਕਈ ਵਾਰੀ ਲੜਾਈ ਉਸ ਤੋਂ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਤਾਂ ਲੜਾਈ ਦਾ ਖਤਰਾ ਹਮੇਸ਼ਾ ਰਹੇਗਾ। ਤਾਂ ਜੇ ਇਦਾਂ ਹੀ ਦੇਸ਼ਾਂ ਦੇ ਵਿੱਚ ਹੈ, ਹੁਣ ਇੱਕ ਸੱਚਾਈ ਹੈ ਕਿ ਮਤਲਬ ਰੂਸ ਕੋਲ ਸਾਰੀ ਦੁਨੀਆ ਨਾਲੋਂ ਜ਼ਿਆਦਾ ਪਰਮਾਣੂ ਹਥਿਆਰ ਹੈ। ਇਹ ਇੱਕ ਸੱਚ ਹੈ, ਇਹ ਅੰਕੜੇ ਉਪਲਬਧ ਨੇ, ਕੋਈ ਵੀ ਤੁਸੀਂ ਸਟੱਡੀ ਕਰ ਸਕਦੇ ਹੋ। ਅੱਛਾ, ਹੁਣ ਅਗਰ ਕਿਸੇ ਪੁਆਇੰਟ ਤੇ ਜਾ ਕੇ ਰੂਸ ਨੇ ਇਹ ਗੱਲ ਐਲਾਨ ਕੀਤਾ ਹੋਇਆ ਹੈ ਕਿ ਅਗਰ ਸਾਨੂੰ ਇਹ ਲੱਗੇ ਕਿ ਸਾਡੀ ਹੋਂਦ ਨੂੰ ਖਤਰਾ ਹੈ ਤੇ ਫਿਰ ਅਸੀਂ ਪਰਮਾਣੂ ਹਥਿਆਰ ਵਰਤ ਦੇਵਾਂਗੇ। ਤਾਂ ਇਹ ਰੂਸ ਲੜ ਰਿਹਾ ਹੈ, ਲੜਾਈ ਹੋ ਰਹੀ ਹੈ, ਲੇਕਿਨ ਰੂਸ ਨੇ ਪੂਰੇ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਜੀ ਜੀ ਕਿ ਸਾਰੇ ਪਾਸੇ ਉਹਦੇ ਕੋਲ ਜਿਹੜੇ ਨੇ ਜਿੰਨੇ ਦੇਸ਼ ਨੇ ਦੁਨੀਆ, ਖਾਸ ਕਰਕੇ ਪੱਛਮੀ ਦੇਸ਼, ਹਰ ਇੱਕ ਨੂੰ ਉਹਨੇ ਪਰਮਾਣੂ ਹਥਿਆਰਾਂ ਨਾਲ ਟਾਰਗੇਟ ਕੀਤਾ ਹੋਇਆ ਹੈ। ਉਹਦੇ ਵਿੱਚ ਸਮੁੰਦਰ ਦੇ ਰਸਤੇ ਵੀ ਜਿਹੜੀਆਂ ਉਹਦੀਆਂ ਪਣਡੁੱਬੀਆਂ ਨੇ ਉੱਥੋਂ ਵੀ ਹੋ ਸਕਦਾ ਹਮਲਾ, ਜਿਹੜੇ ਉਹਦੇ ਹਵਾਈ ਜਹਾਜ਼ਾਂ ਦੇ ਰਾਹੀਂ ਹੋ ਸਕਦਾ, ਉਹਦੇ ਕੋਲ ਮਿਸਾਈਲਾਂ ਦੇ ਬੇਸ ਵੀ ਨੇ, ਹਰ ਤਰ੍ਹਾਂ ਨਾਲ। ਤਾਂ ਕਿਸੇ ਵੇਲੇ ਵੀ ਇਹ ਖਤਰਾ ਹੈਗਾ ਕਿ ਕੋਈ ਵਧੀਕੀ ਹੋ ਜਾਏ ਕਿਸੇ ਤੋਂ, ਕਿਸ ਤਰ੍ਹਾਂ ਕੋਈ ਹੋਰ ਹੀ ਯੂਕਰੇਨ ਹੀ ਕੋਈ ਇਹੋ ਜਿਹੀ ਗੱਲ ਕਰ ਜਾਏ ਜਾਂ ਕੋਈ ਹੋਰ ਕੋਈ ਮੁਲਕ ਕਰ ਦੇਵੇ, ਤਾਂ ਮਤਲਬ ਫਿਰ ਰੂਸ ਫਿਰ ਜਿਹੜਾ ਹੈਗਾ ਆਪਣੀ ਪੂਰੀ ਪਰਮਾਣੂ ਸ਼ਕਤੀ ਵਰਤ ਜਾਏਗਾ। ਤੇ ਜੇ ਉਹ ਵਰਤ ਜਾਏਗਾ ਤਾਂ ਸੰਸਾਰ ਦਾ ਕੁਝ ਨਹੀਂ ਬਚੇਗਾ। ਇਹ ਇੱਕ ਖਤਰਾ ਬਣਿਆ ਰਹੇਗਾ। ਇਸੇ ਕਰਕੇ ਆਪਾਂ ਕਹਿੰਦੇ ਆ ਕਿ ਸਿਆਣੇ ਬੰਦਿਆਂ ਦਾ ਕੰਮ ਹੈ ਕਿ ਇੱਕ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਨ ਕਿ ਇਹੋ ਜਿਹੀ ਸਥਿਤੀ ਨਾ ਆਵੇ, ਦੂਸਰਾ ਕਿ ਸਾਡਾ ਵੀ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਹਰ ਇੱਕ ਬੰਦਾ ਕੋਸ਼ਿਸ਼ ਕਰੇ ਕਿ ਦੁਨੀਆ ਤਬਾਹ ਨਾ ਹੋਵੇ, ਘੱਟੋ ਘੱਟ ਜਿੱਦਾਂ ਦੀ ਵੀ ਹੈਗੀ ਹੈ। ਫਿਰ ਮਤਲਬ ਤਬਾਹ, ਪੂਰੀ ਤਬਾਹੀ ਜਿਹੜੀ ਕਿਸੇ ਦੇ ਵੀ ਮਤਲਬ ਲਈ ਠੀਕ ਨਹੀਂ ਹੈਗੀ। ਠੀਕ ਹੈ ਡਾਕਟਰ ਸਾਹਿਬ, ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਬਹੁਤ ਹੀ ਵਿਸਥਾਰਪੂਰਵਕ ਤੇ ਬੜੇ ਬਰੀਕੀ ਦੇ ਨਾਲ ਇਹ ਗੱਲਾਂ ਸਮਝਾਈਆਂ ਨੇ, ਉਹਨਾਂ ਤੋਂ ਇਹੀ ਲੱਗਦਾ ਹੈ ਕਿ ਪੂਰਬ ਮਜ਼ਬੂਤ ਹੋ ਰਿਹਾ ਹੈ, ਆਰਥਿਕ ਤੌਰ ਤੇ ਵੀ, ਵਿਗਿਆਨਕ ਤੌਰ ਤੇ ਵੀ, ਫੌਜੀ ਤੌਰ ਤੇ ਵੀ, ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਪੂਰਬ ਪੱਛਮ ਨੂੰ ਟੱਕਰ ਦੇਣ ਦੇ ਸਮਰੱਥ ਹੁੰਦਾ ਜਾ ਰਿਹਾ ਹੈ। ਪਰ ਜਿਹੜੀ ਸਾਡੀ
ਮਾਨਸਿਕਤਾ ਹੈ, ਪੂਰਬ ਦੀ ਮਾਨਸਿਕਤਾ, ਗੁਲਾਮ ਮਾਨਸਿਕਤਾ, ਜਿਵੇਂ ਖਾਸ ਤੌਰ ਤੇ ਭਾਰਤ ਦੀ ਜਦੋਂ ਗੱਲ ਕਰਦੇ ਹਾਂ, ਇਹਦੇ ਵਿੱਚ ਹਾਲੇ ਵੀ ਲੋਕਾਂ ਨੂੰ ਇਹੀ ਲੱਗਦਾ ਹੈ ਵੀ ਜਿਹੜਾ ਪੱਛਮ ਹੈ, ਪੱਛਮ ਹੀ ਹੈ, ਜਿਵੇਂ ਡਾਕਟਰ ਸਾਹਿਬ ਨੇ ਸਮਝਾਈ ਹੈ ਗੱਲ। ਪਰ ਇਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਹੋਊਗਾ ਤਾਂ ਹੀ ਅਸੀਂ ਇਸ ਭਾਰਤ ਨੂੰ ਵੀ ਮਜ਼ਬੂਤ ਕਰ ਸਕਦੇ, ਪੂਰਬ ਵੀ ਪੂਰੀ ਤਰੀਕੇ ਨਾਲ ਸਮਰੱਥ ਹੋ ਜਾਊਗਾ, ਜਿਹੜਾ ਮਜ਼ਬੂਤ ਹੋ ਜਾਊਗਾ। ਡਾਕਟਰ ਸਾਹਿਬ ਤੁਸੀਂ ਜਿਹੜੀ ਇਹ ਸਾਰੀ ਗੱਲਬਾਤ ਹੈ ਬੜੀ ਵਿਸਥਾਰਪੂਰਵਕ ਸਮਝਾਈ ਹੈ, ਤੁਹਾਡਾ ਬਹੁਤ ਧੰਨਵਾਦ। ਤੇ ਅੱਗਿਓਂ ਵੀ ਤੁਸੀਂ ਇਹੋ ਜਿਹੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਉਂਦੇ ਰਹੋਗੇ। ਇਹਦੇ ਨਾਲ ਨਾਲ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਅਕਸਰ ਹੀ ਇਸ ਗੱਲਬਾਤ ਨੂੰ ਸੁਣਦੇ ਆ, ਇਸ ਚਰਚਾ ਨੂੰ ਸੁਣਦੇ ਆ ਤੇ ਇਸ ਚਰਚਾ ਨੂੰ ਅੱਗੇ ਲੈ ਕੇ ਜਾਂਦੇ ਆ। ਕੱਲ੍ਹ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। चर्चा